महला पहला। नानक गुरु न चेतनी, मन अपना सुचेत। छुटे तिल बुआड़ ज्यों, सुने अंदर खेत। खेता अंदर छुटिया, कहु नानक साओ नाम। फलिय है फुलिय है बपड़े, पी तन विच सुआह। वाहिगुरु जी का खालसा, वाहिगुरु जी की फतेह। परम सन्मानयोग चबर छत्र तक दे मालक, रूहानियत दे भंडार, सदीवी सुखां दे दाते, ज्ञान दे सागर, भगत वशल पतित पावन सतगुरु धन धन श्री गुरु ग्रंथ साहिब जी महाराज, तिन्हां दी किरपा दे सदका धन श्री गुरु नानक देव पातशाह जी दी पावन बाणी दे नाल जुड़न दा यतन कर रहे गुरु प्यारे गुरु सवारे सतसंगी जनों, सतगुरु जी ने साडियां झोलियां दे अंदर साडे उपर बख्शिश करके सुभागा समा पाया है। जदों गुरु दे शब्द नूं समझण दा, विचारण दा ते चित्त दे विच वसाउण दा, जीवन दे अंदर ढालण दा समां सानू रोजाना गुरु पातशाह जी दी किरपा दे नाल प्राप्त हुंदा है। ते ओ विचार जो किसी संसारक पुरख दी लिखी हुई नहीं, जो किसी किताब दे अंदरों लियाई हुई नहीं, जो किसी तरह दे संसारक ज्ञान दा हिस्सा नहीं, जिन्हों गुरुदेव जी कहते धुर की बाणी आई, तिन सगली चिंत मिटाई। जिहड़ी धुरों बाणी आई है, धुर तो भाव उस अकाल पुरख दी दरगाह तो, धुर तो भाव मुढ़ तो, आरंभता तो, जिथों संसार दी आरंभता हुई, जिथों इस बाणी दी आरंभता हुंदी है। अगे भी आप जी दे नाल विचार सांझी कीती है कि बाणी दी आरंभता पातशाह जी करदे आ एक ओंकार। इसलिए संसार दा मुढ़ की है, संसार दा आरंभ की है। कलगीधर पातशाह चौपाई साहब दे अंदर बचन करदे आ, आद अंत एकै अवतारा, सोई गुरु समझियो हमारा। कहते भाई आद तो लैके अंत तक, भाव आद शुरू तो लैके ते संसार दे अंत तक इको ही पुरख वरस रहा है, इको ही अकाल पुरख जेड़ा वस रहा है, उसनू मेरा गुरु समझना। भाव संसार दा मुढ़ की होया अकाल पुरख, ते ये धुर दी बाणी है ते सीधा अकाल पुरख दे नाल संसार दे विच
ਹੋਰ ਜਿੰਨੇ ਵੀ ਸਰੀਰ ਦੇ ਰੂਪ ਦੇ ਵਿੱਚ ਗੁਰੂ ਹਨ ਉਹ ਆਪਣੇ ਨਾਲ ਜੋੜ ਸਕਦੇ ਨੇ, ਆਪਣੇ ਕਾਰਜ ਕਰਵਾ ਸਕਦੇ ਨੇ, ਆਪਣੀ ਸੇਵਾ ਕਰਵਾ ਸਕਦੇ ਨੇ। ਪਰ ਇਹ ਜਿਹੜਾ ਉਪਦੇਸ਼ ਹੈ ਧੁਰੋਂ ਆਇਆ ਧੁਰ ਕੀ ਬਾਣੀ ਆਈ, ਤੇ ਧੁਰ ਤੱਕ ਹੀ ਮਿਲਾਪ ਹੁੰਦਾ ਹੈ ਉਸ ਅਕਾਲ ਪੁਰਖ ਦੇ ਨਾਲ। ਸੋ ਜਿਤਨੇ ਸ਼ਰੀਰ ਰਲ ਮਿਲ ਕਰਕੇ ਬੈਠੇ ਹੋ ਮੁਬਾਰਕ ਹੈ। ਜਿੱਥੋਂ ਤੱਕ ਗੁਰੂ ਘਰ ਤੋਂ ਇਹ ਆਵਾਜ਼ ਪਹੁੰਚ ਰਹੀ ਹੈ, ਕਿਰਪਾ ਕਰੋ ਸਰਬੱਤ ਸੰਗਤ ਦੋਵੇਂ ਹੱਥ ਜੋੜ ਕਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ। ਆਓ ਗੁਰਦੇਵ ਪਿਤਾ ਜੀ ਦੀ ਇਲਾਹੀ ਬਾਣੀ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਜਿਸ ਦੀਆਂ ਧੁਨਾਂ ਸਾਡੇ ਆਲੇ ਦੁਆਲੇ ਦੀ ਫਿਜ਼ਾ ਦੇ ਵਿੱਚ ਘੁਲਦੀਆਂ ਨੇ, ਜਿਸ ਦੀਆਂ ਧੁਨਾਂ ਲਗਭਗ 550 ਸਾਲ ਤੋਂ ਸਾਡੇ ਅੰਮ੍ਰਿਤ ਵੇਲੇ ਦੀ ਹਵਾ ਨੂੰ ਪ੍ਰਕਾਸ਼ਮਾਨ ਕਰ ਰਹੀਆਂ ਨੇ, ਉਸ ਬਾਣੀ ਦੇ ਉਸ ਧੁਰ ਕੀ ਬਾਣੀ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਆਸਾ ਕੀ ਵਾਰ ਆਸਾ ਦੀ ਵਾਰ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਉਹ ਧੁਨਾਂ ਜੋ ਕੀਰਤਨੀ ਰੂਪ ਦੇ ਵਿੱਚ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਸਾਡੇ ਕੰਨਾਂ ਦੇ ਵਿੱਚ ਘੁਲਦੀਆਂ ਨੇ, ਉਹਨਾਂ ਨੂੰ ਸਮਝਣ ਦਾ ਯਤਨ ਕਰੀਏ ਕਿ ਉਹਨਾਂ ਦੇ ਵਿੱਚ ਸ਼ਬਦੀ ਤੌਰ ਤੇ ਕੀ ਦਰਜ ਕੀਤਾ ਪਾਤਸ਼ਾਹ ਜੀ ਨੇ, ਜਿਨ੍ਹਾਂ ਦਾ ਗਾਇਨ ਹੋ ਰਿਹਾ ਹੈ। ਬਾਣੀ ਦੇ ਵਿੱਚੋਂ ਮੈਂ ਬੇਨਤੀ ਕਰਾਂ ਗੁਰੂ ਪਿਆਰਿਓ, ਦੋ ਪ੍ਰਭਾਵ ਸਾਡੇ ਉੱਪਰ ਪੈਂਦੇ ਨੇ। ਇੱਕ ਤੇ ਬਾਣੀ ਦੇ ਵਿੱਚੋਂ ਜਦੋਂ ਕੀਰਤਨੀ ਰੂਪ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਨੂੰ ਗਾਉਣ ਦੀ ਹਦਾਇਤ ਹੈ, ਭਾਵ ਇਹਦੇ ਵਿੱਚੋਂ ਰਸ ਪੈਦਾ ਹੁੰਦਾ ਗਾਉਣ ਦੇ ਨਾਲ। ਉਸ ਰਸ ਦੇ ਨਾਲ ਸਾਡੀ ਸੁਰਤ ਜੁੜਦੀ ਹੈ ਤੇ ਧੁਰ ਤੱਕ ਜਾਂਦੀ ਹੈ। ਦੂਜਾ ਬਾਣੀ ਦੇ ਵਿੱਚੋਂ ਗੁਰੂ ਪਿਆਰਿਓ ਗਿਆਨ ਪੈਦਾ ਹੁੰਦਾ। ਇੱਕ ਤੇ ਰਸ ਦਾ ਪ੍ਰਭਾਵ ਪਿਆ ਸਾਡੀ ਸੁਰਤ ਦੇ ਉੱਪਰ, ਦੂਜਾ ਸਾਡੀ ਸੁਰਤ ਨੂੰ ਗਿਆਨ ਦੀ ਲੋੜ ਹੈ, ਭਾਵ ਚੰਗੇ ਤੇ ਮਾੜੇ ਦੀ ਸਾਨੂੰ ਸੋਝੀ ਹੋ ਜਾਵੇ ਕਿ ਅਸੀਂ ਕਰਨਾ ਕੀ ਜੀਵਨ ਦੇ ਵਿੱਚ ਤੇ ਕੀ ਨਹੀਂ ਕਰਨਾ ਹੈ। ਜੀਵਨ ਦੇ ਵਿੱਚ ਕਿਹੜੇ ਕਾਰਜ ਸਾਡੇ ਲਾਭਦਾਇਕ ਹਨ ਤੇ ਕਿਹੜੇ ਕਾਰਜ ਸਾਨੂੰ ਨੁਕਸਾਨ ਦੇਣ ਵਾਲੇ ਹਨ, ਇਸ ਗੱਲ ਦੀ ਸੋਝੀ ਪ੍ਰਾਪਤ ਹੋ ਜਾਵੇ। ਇਹ ਗਿਆਨ ਵੀ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੋਣਾ। ਆਪ ਜੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਨੂੰ ਸੁਣਦੇ ਹੋ ਕੀਰਤਨੀ ਰੂਪ ਦੇ ਵਿੱਚ, ਜਿਹਦੇ ਵਿੱਚੋਂ ਆਪ ਜੀ ਨੂੰ ਰਸ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਵੇਲੇ ਉਸ ਦੀਆਂ ਧੁਨਾਂ ਸਾਡੇ ਕੰਨਾਂ ਦੇ ਵਿੱਚ ਰਸ ਘੋਲਦੀਆਂ ਨੇ, ਆਨੰਦ ਆਉਂਦਾ ਹੈ। ਤੇ ਜੇ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ ਤੇ ਇਹਦੇ ਵਿੱਚੋਂ ਹੁਣ ਗਿਆਨ ਪੈਦਾ ਹੋਵੇਗਾ। ਹੈ ਇਹ ਵੀ ਗਿਆਨ ਵੀ ਅਖੀਰ ਤੇ ਜਾ ਕੇ ਰਸ ਦਾ ਰੂਪ ਧਾਰਨ ਕਰ ਜਾਂਦਾ ਹੈ, ਪਰ ਆਰੰਭਤਾ ਦੇ ਵਿੱਚ ਜਦੋਂ ਆਪਾਂ ਵਿਚਾਰ ਦੇ ਨਾਲ ਜੁੜਨ ਲੱਗੇ ਹਾਂ ਤੇ ਹੁਣ ਇਹਨਾਂ ਸ਼ਬਦਾਂ ਦੇ ਵਿੱਚੋਂ ਗਿਆਨ ਲਈਏ। ਉਸ ਗਿਆਨ ਦੇ ਨਾਲ ਅਸੀਂ ਗੁਰੂ ਦੇ ਨਾਲ, ਗੁਰੂ ਦੇ ਰਾਹੀਂ ਉਸ ਅਕਾਲ ਪੁਰਖ ਨੂੰ ਚੇਤੇ ਕਰਨ ਦਾ, ਜੁੜਨ ਦਾ ਯਤਨ ਕਰੀਏ ਉਸ ਗਿਆਨ ਦੇ ਰਾਹੀਂ। ਆਓ ਜਿਹੜੇ ਅਜੇ ਤੱਕ ਗੁਰੂ ਘਰ ਨਹੀਂ ਪਹੁੰਚੇ, ਆਓ ਰਲ ਮਿਲ ਕਰਕੇ ਪਰਿਵਾਰਕ ਰੂਪ ਦੇ ਵਿੱਚ ਇਸ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਸੁਣਨ ਵਾਲੇ, ਕਰਨ ਵਾਲੇ ਤੇ ਸੁਣਾਉਣ ਵਾਲੇ ਸਭ ਅਸੀਂ ਗੁਰੂ ਦੇ ਮਿੱਤਰ ਬਣ ਜਾਂਦੇ। ਇਸ ਤੋਂ ਵੱਡੀ ਸਾਡੇ ਜੀਵਨ ਦੇ ਵਿੱਚ ਹੋਰ ਮੁਬਾਰਕ ਗੱਲ ਕਿਹੜੀ ਹੋ ਸਕਦੀ ਹੈ ਕਿ ਅਸੀਂ ਗੁਰੂ ਦੇ ਮਿੱਤਰ ਬਣ ਜਾਈਏ। ਸੋ ਆਓ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਪਿਆਰਿਓ, ਤੀਜਾ ਸ਼ਲੋਕ ਜੋ ਪਹਿਲੀ ਪੌੜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਜ ਹੈ। 3 ਸ਼ਲੋਕ ਨੇ ਜੀ, ਤਿੰਨਾਂ ਦੇ ਵਿੱਚੋਂ 2 ਦੀ ਵਿਚਾਰ ਆਪਾਂ ਕਰ ਲਈ ਹੈ। ਪਹਿਲਾ ਸ਼ਲੋਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ, ਦੂਜਾ ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਤੇ ਤੀਜਾ ਸ਼ਲੋਕ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ। ਇਸ ਦੀ ਵਿਚਾਰ ਦੀ ਆਰੰਭਤਾ ਕਰਨ ਲੱਗੇ ਆ। ਆਓ ਗੁਰੂ ਚਰਨਾਂ ਵਿੱਚ ਇੱਕ ਵਾਰ ਹਾਜ਼ਰੀ ਲਵਾਈਏ, ਸੁਰਤ ਨੂੰ ਇਕਾਗਰ ਕਰਨ ਦਾ ਯਤਨ ਕਰੀਏ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ। ਛੁਟੇ ਤਿਲ ਬੁਆੜ ਜਿਉ, ਸੁਣੇ ਅੰਦਰ ਖੇਤ। ਦੋ ਤਰ੍ਹਾਂ ਦੇ ਜੀਵ ਗੁਰੂ ਘਰ ਵਿਖੇ ਆਉਂਦੇ ਆ ਜੀ। ਇੱਕ ਤੇ ਉਹ ਨੇ ਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਜੀ ਇੱਕ ਸ਼ਬਦ ਦੇ ਵਿੱਚ ਇਹਨਾਂ ਦੋਹਾਂ ਦੀ ਵਿਆਖਿਆ ਸਾਨੂੰ ਸਮਝਾਉਂਦੇ ਆ। ਕਹਿੰਦੇ ਭਾਈ ਇੱਕ ਤਾਂ ਉਹ ਸਿੱਖ ਆਉਂਦੇ ਨੇ ਜਿਹੜੇ ਵਾਕਈ ਹੀ ਗੁਰੂ ਨੂੰ ਚੇਤੇ ਕਰਦੇ, ਜਿਹੜੇ ਗੁਰੂ ਦੇ ਨਾਲ ਜੁੜਨਾ ਚਾਹੁੰਦੇ ਨੇ, ਤੇ ਜਿਹੜੇ ਗੁਰੂ ਦੇ ਨਾਲ ਜੁੜੇ ਨੇ, ਗੁਰੂ ਤੋਂ ਗਿਆਨ ਹਾਸਲ ਕਰਦੇ ਨੇ। ਉਹਨਾਂ ਦਾ ਗੁਰੂ ਘਰ ਆਉਣਾ, ਗੁਰੂ ਘਰ ਵਿਖੇ ਬੈਠਣਾ, ਗੁਰੂ ਨੂੰ ਸੁਣਨਾ, ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਨਾ ਮੁਬਾਰਕ ਹੈ। ਦੂਜੇ ਪਾਤਸ਼ਾਹ ਜੀ ਕਹਿੰਦੇ ਉਹ ਨੇ ਜਿਹੜੇ ਕਿਤੇ ਭੁੱਲ ਭੁਲੇਖੇ ਉਸ ਬੰਦੇ ਦੇ ਨਾਲ, ਜਿਹੜਾ ਗੁਰੂ ਘਰ ਵਿਖੇ ਰੋਜ਼ ਹਾਜ਼ਰੀ ਭਰਦਾ, ਉਹਦੇ ਨਾਲ ਕਿਤੇ ਭੁੱਲ ਭੁਲੇਖੇ ਦੂਜੇ ਵੀ ਆ ਜਾਇਆ ਕਰਦੇ ਕਿ ਆਓ ਭਾਈ ਗੁਰੂ ਘਰ ਚੱਲੀਏ। ਉਹ ਪ੍ਰੇਰ ਕੇ, ਉਹ ਜੋੜ ਕੇ ਲਿਆਉਂਦਾ ਗੁਰਮੁਖ ਪਿਆਰਾ। ਤੇ ਉਹ ਜਿਹੜੇ ਨਾਲ ਆ ਜਾਇਆ ਕਰਦੇ ਨੇ, ਉਹ ਇਹ ਸੋਚ ਕੇ ਆਉਂਦੇ ਨੇ ਕਿ ਗੁਰੂ ਘਰ ਵਿਖੇ ਚਲੋ ਜਾ ਕੇ ਕਾਰਜ ਤੇ ਅਸੀਂ ਕੋਈ ਕਰਨਾ ਨਹੀਂ, ਤੇ ਜਾ ਕੇ ਚਲੋ ਕਿਉਂ ਨਾ ਵਿਹਲੇ ਬੈਠੇ ਹਾਂ, ਘੜੀ ਰੌਣਕ ਮੇਲਾ ਹੀ ਵੇਖ ਆਈਏ। ਮਾਫ ਕਰਨਾ, ਪਰ ਅੱਜ ਦੇ ਦਿਨ, ਅੱਜ ਦੇ ਸਮੇਂ ਵਿੱਚ ਸਾਡੇ ਹਾਲਾਤ ਕੁਝ ਇਹੋ ਜਿਹੇ ਆ, ਆਪਾਂ ਗੁਰੂ ਘਰ ਜਾਂਦੇ ਆ ਨਾ ਜੀ, ਤੇ ਗੁਰੂ ਘਰ ਵਿਖੇ ਜਾਣ ਦਾ ਸਾਨੂੰ ਸਮਾਂ ਲੱਗਦਾ ਹੈ ਉਦੋਂ ਜਦੋਂ ਸਾਡੀ ਛੁੱਟੀ ਹੋਵੇ, ਤੇ ਉਦੋਂ ਆਪਾਂ ਆਖਦੇ ਆ ਚਲੋ ਕਿਤੇ ਘੁੰਮਣ ਵਾਸਤੇ ਚੱਲੀਏ। ਫਿਰ ਆਪਾਂ ਕਹਿੰਨੇ ਕਿਸੇ ਗੁਰੂ ਘਰ ਹੀ ਜਾਣੇ ਆ, ਘੁੰਮ ਫਿਰ ਆਉਨੇ ਆ ਜਾ ਕੇ। ਮਾਫ ਕਰਨਾ, ਇਹ ਸ਼ਬਦ ਵਰਤ ਰਹੇ। ਗੁਰਦੇਵ ਜੀ ਕਹਿੰਦੇ ਇੱਕੋ ਸ਼ਬਦ ਦੇ ਅੰਦਰ ਦੋਹਾਂ ਦੀ ਵਿਆਖਿਆ ਪਾਤਸ਼ਾਹ ਜੀ ਨੇ ਕੀਤੀ। ਕਹਿੰਦੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੂੜਿਆਰ ਕੂੜਿਆਰੀ ਰਲ ਪਲੇ। ਕਹਿੰਦੇ ਭਾਈ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਸੱਚੇ ਸਿੱਖ ਨੇ ਜਿਹੜੇ ਅੰਦਰੋਂ ਭਾਵਨਾ ਕਰਕੇ, ਸ਼ਰਧਾ ਕਰਕੇ ਗੁਰੂ ਦੇ ਨਾਲ ਜੁੜੇ ਨੇ, ਉਹ ਗੁਰੂ ਦੇ ਕੋਲ ਆ ਕੇ ਬੈਠਦੇ ਨੇ। ਤੇ ਜਿਹੜੇ ਕੂੜਿਆਰ ਨੇ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਕੂੜੀਆਂ ਝੂਠੀਆਂ ਗੱਲਾਂ ਦੀ ਚਿਤਵਨੀ ਚੱਲਦੀ ਰਹਿੰਦੀ ਹੈ। ਫਿਰ ਜੇ ਕਿਤੇ ਉਹ ਸਚਿਆਰ ਦੇ ਨਾਲ ਪ੍ਰੇਰਿਤ ਹੋ ਕੇ ਗੁਰੂ ਘਰ ਵਿਖੇ ਆ ਹੀ ਜਾਣ ਕੇ ਘੜੀ ਰੌਣਕ ਮੇਲਾ ਹੀ ਵੇਖ ਆਉਂਦੇ ਆ। ਫਿਰ ਪਾਤਸ਼ਾਹ ਜੀ ਕਹਿੰਦੇ ਇਸੇ ਸ਼ਬਦ ਵਿੱਚ ਅੱਗੇ ਕਹਿੰਦੇ ਓਏ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਰਲੇ ਕੂੜਿਆਰਾਂ ਪਾਸ। ਵਿਚਾਰ ਨੂੰ ਸਮਝਣ ਦਾ ਯਤਨ ਕਰਨਾ ਜੀ। ਜਿਹੜੇ ਨਾਲ ਆ ਜਾਂਦੇ ਨੇ ਕਿਸੇ ਗੁਰਮੁਖ ਦੇ, ਕਿਸੇ ਗੁਰਸਿੱਖ ਦੇ, ਉਹ ਇੱਥੇ ਆ ਕੇ ਸੰਗਤ ਦੇ ਵਿੱਚ ਬੈਠਿਆਂ ਪਲ ਦੋ ਪਲ ਬੈਠੇ, ਆਲਾ ਦੁਆਲਾ ਵੇਖਿਆ, ਆਲਾ ਦੁਆਲਾ ਵੇਖ ਕੇ, ਵੇਖ ਚਾਹ ਕੇ ਸਭ ਦੇ ਚਿਹਰੇ ਮੋਹਰੇ ਵੇਖੇ, ਫਿਰ ਬਾਣੀ ਦੀ ਕੋਈ ਗੱਲ ਸੁਣੀ, ਫਿਰ ਗੱਲ ਸੁਣਦਿਆਂ ਤਾਲਮੇਲ ਨਹੀਂ ਬਣਿਆ। ਤਾਲਮੇਲ ਇਸ ਕਰਕੇ ਨਹੀਂ ਬਣਿਆ ਕਿਉਂਕਿ ਇੱਥੇ ਗਿਆਨ ਦੀ ਗੱਲ ਹੋ ਰਹੀ ਤੇ ਗੁਰੂ ਦੇ ਕੋਲ ਨਿਮਰਤਾ ਦੇ ਨਾਲ ਆਉਣਾ ਪੈਂਦਾ ਹੈ। ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਤਾਲਮੇਲ ਇਸ ਕਰਕੇ ਨਹੀਂ ਬਣਿਆ ਕਿਉਂਕਿ ਮਨ ਦੇ ਵਿੱਚ ਕੂੜੀਆਂ ਗੱਲਾਂ ਚੱਲ ਰਹੀਆਂ ਤੇ ਸਾਹਮਣੇ ਗੁਰੂ ਸੱਚ ਹੈ, ਤੇ ਸੱਚ ਹਰ ਇੱਕ ਨੂੰ ਭਾ ਨਹੀਂ ਸਕਦਾ। ਸੱਚ ਨੂੰ ਪਹੁੰਚਾਉਣ ਦੀ ਹਰ ਇੱਕ ਦੀ ਸ਼ਮਤਾ, ਹਰ ਇੱਕ ਦੀ ਸ਼ਕਤੀ ਨਹੀਂ, ਇਸ ਕਰਕੇ ਤਾਲਮੇਲ ਨਹੀਂ ਬਣਿਆ। ਫਿਰ ਪਾਤਸ਼ਾਹ ਜੀ ਕਹਿੰਦੇ ਓਏ ਵੱਲ ਛਲ ਕਰ ਝੱਤ ਕੱਢ ਦੇ। ਜਦੋਂ ਕੁਛ ਕੁ ਸਮਾਂ ਸਮਾਗਮ ਚੱਲ ਰਿਹਾ ਹੋਵੇ, ਕੋਈ ਵਿਚਾਰ ਚੱਲ ਰਹੀ ਹੋਵੇ, ਤੇ ਫਿਰ ਉਹ ਕਿਸੇ ਜਦੋਂ ਗੁਰਸਿੱਖ ਦੇ ਨਾਲ ਆ ਜਾਂਦੇ ਨੇ ਤੇ ਫਿਰ ਪਾਸੇ ਮਾਰ ਮਾਰ ਕੇ 2 ਮਿੰਟਾਂ ਬਾਅਦ ਕਦੇ ਇੱਧਰ ਪਾਸਾ ਮਾਰਿਆ, ਕਦੇ ਉੱਧਰ ਪਾਸਾ ਮਾਰਿਆ, ਆਪ ਵੀ ਹਿੱਲਦੇ ਨੇ ਤੇ ਨਾਲ ਸੰਗਤ ਨੂੰ ਵੀ ਤੰਗ ਕਰਦੇ ਨੇ।
ਫਿਰ ਥੋੜਾ ਸਮਾਂ ਇਹ ਵੇਖਦੇ ਨੇ ਕਿ ਕਿਤੇ ਬੋਲਣ ਵਾਲੇ ਦਾ ਜਾਂ ਕੀਰਤਨ ਕਰਨ ਵਾਲੇ ਦਾ ਜਾਂ ਵਿਚਾਰ ਕਰਨ ਵਾਲੇ ਦਾ ਜਾਂ ਜਿਹਦੇ ਨਾਲ ਮੈਂ ਆਇਆ ਉਸ ਗੁਰਸਿੱਖ ਦਾ ਕਿਤੇ ਧਿਆਨ ਉਰਾ ਪਰਾ ਹੋਵੇ ਤੇ ਮੈਂ ਉੱਠ ਕੇ ਬਾਹਰ ਜਾਵਾਂ। ਉਹਨਾਂ ਦੀ ਐਸੀ ਵਿਚਾਰ ਹੈ। ਪਾਤਸ਼ਾਹ ਜੀ ਕਹਿੰਦੇ ਓਏ ਵੱਲ ਛਲ ਕਰ ਝੱਤ ਕੱਢਦੇ ਫਿਰ ਜਾਏ ਰਲੇ ਕੂੜਿਆਰਾਂ ਪਾਸ। ਭਾਵ ਉਹ ਸੁਭਾਅ ਨਹੀਂ ਬਣਦਾ, ਉਹ ਤਾਲਮੇਲ ਨਹੀਂ ਗੁਰੂ ਘਰ ਵਿਖੇ ਬਣਦਾ, ਕਿਉਂਕਿ ਉਹ ਆਏ ਨੇ ਰੰਗ ਤਮਾਸ਼ਾ ਵੇਖਣ ਵਾਸਤੇ, ਉਹ ਗੁਰੂ ਘਰ ਰੌਣਕ ਮੇਲਾ ਵੇਖਣ ਵਾਸਤੇ ਆਏ ਨੇ। ਉਹਨਾਂ ਦੀ ਵਿਚਾਰ ਅੱਜ ਪਾਤਸ਼ਾਹ ਜੀ ਦੱਸਦੇ ਇਸ ਸ਼ਲੋਕ ਦੇ ਵਿੱਚ। ਕਹਿੰਦੇ ਭਾਈ ਪਹਿਲਾਂ 2 ਸ਼ਲੋਕਾਂ ਦੇ ਅੰਦਰ ਗੁਰੂ ਦੀ ਵਡਿਆਈ ਦੱਸੀ ਆ ਜੀ ਕਿ ਆਪਣੇ ਗੁਰੂ ਤੋਂ ਬਲਿਹਾਰ ਜਾਓ ਜਿਸ ਨੇ ਮਨੁੱਖ ਤੋਂ ਦੇਵਤਾ ਬਣਾ ਦਿੱਤਾ ਹੈ। ਦੂਜਾ ਦੱਸਿਆ ਕਿ ਜੇ 100 ਚੰਦਰਮਾ 1000 ਸੂਰਜ ਵੀ ਪੈਦਾ ਹੋ ਜਾਣ ਤੇ ਉਹ ਗੁਰੂ ਦੇ ਗਿਆਨ ਰੂਪੀ ਚਾਨਣ ਦੀ ਬਰਾਬਰੀ ਨਹੀਂ ਕਰ ਸਕਦੇ। ਫਿਰ ਕਹਿੰਦੇ ਹੁਣ ਇਹ ਗਿਆਨ ਰੂਪੀ ਚਾਨਣ ਉਹਨਾਂ ਨੂੰ ਮਿਲਦਾ ਜਿਹੜੇ ਅੰਦਰੋਂ ਸੱਚੇ ਨੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੁ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਉਹ ਸੱਚੇ ਨੇ ਜਿਨ੍ਹਾਂ ਦੇ ਅੰਦਰ ਪਟ ਭਾਵ ਅੰਦਰੋਂ ਰੇਸ਼ਮ ਰੂਪੀ ਕੱਪੜੇ ਦੇ ਵਾਂਗ ਚੰਗੇ ਨੇ ਤੇ ਬਾਹਰ ਗੁੱਦੜ, ਭਾਵੇਂ ਬਾਹਰੋਂ ਸੋਹਣੇ ਨਾ ਲੱਗਣੋਂ ਸਰੀਰਕ ਤੌਰ ਤੇ ਜਿਹੜੇ ਹੁਣੇ ਆਪਾਂ ਵਿਚਾਰ ਕਰਕੇ ਹਟੇ ਆ, ਜਿਹੜੇ ਆ ਕੇ ਵੱਲ ਛਲ ਕਰਕੇ ਪਾਸੇ ਮਾਰ ਕੇ ਤੇ 2 ਮਿੰਟਾਂ ਦੇ ਬਾਅਦ ਹੀ ਗੁਰੂ ਘਰੋਂ ਬਾਹਰ ਨਿਕਲ ਜਾਂਦੇ, ਕਿਉਂਕਿ ਇੱਥੇ ਦੀ ਵਿਚਾਰ ਚੰਗੀ ਨਹੀਂ ਲੱਗਦੀ। ਉਹਨਾਂ ਨੂੰ ਪਾਤਸ਼ਾਹ ਜੀ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ। ਛੁੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ। ਗੁਰਦੇਵ ਜੀ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਉਹਨਾਂ ਦੇ ਮਨ ਦੇ ਵਿੱਚ ਗੁਰੂ ਦੀ ਚਿਤਵਨੀ ਨਹੀਂ ਆਈ, ਉਹ ਗੁਰੂ ਨੂੰ ਚੇਤੇ ਨਹੀਂ ਕਰਦੇ। ਉਹ ਸੋਚਦੇ ਨੇ ਮਨ ਆਪਣਾ ਸੁਚੇਤ, ਆਪਣੇ ਮਨ ਕਰਕੇ ਉਹ ਸੁਚੇਤ ਭਾਵ ਸਿਆਣਪ ਦੇ ਵਿੱਚ ਰਹਿੰਦੇ ਨੇ ਕਿ ਮੈਂ ਬੜਾ ਸਿਆਣਾ ਸੰਸਾਰ ਦੇ ਉੱਤੇ। ਫਿਰ ਕਹਿੰਦੇ ਉਹਨਾਂ ਦਾ ਸਰੂਪ ਪਤਾ ਕਿਸ ਤਰ੍ਹਾਂ ਦਾ ਹੈ। ਕਹਿੰਦੇ ਛੁੱਟੇ ਤਿਲ ਬੁਆੜ ਜਿਉਂ ਸੁਣਿਐ ਅੰਦਰ ਖੇਤ। ਬੁਆੜ ਤਿਲ ਹੁੰਦਾ ਜੀ ਜਿਹੜਾ ਪੈਦਾ ਹੋਵੇ, ਜਿਹੜਾ ਬਾਕੀ ਤਿਲਾਂ ਦੀ ਫਸਲ ਦੇ ਵਾਂਗ ਹੀ ਪੈਦਾ ਹੋਵੇ, ਉਹ ਫਲੇ ਵੀ ਫੁੱਲੇ ਵੀ, ਪਰ ਜਦੋਂ ਉਹਦੇ ਵਿੱਚੋਂ ਤਿਲ ਨਿਕਲਿਆ ਤੇ ਉਹ ਤਿਲ ਦੇ ਡੋਡੇ ਦੇ ਅੰਦਰ ਜਿਹੜਾ ਬਣਿਆ ਹੈ, ਉਹਦਾ ਖਲ ਬਣੀ ਹੈ, ਉਸ ਖਲ ਦੇ ਅੰਦਰ ਸਾਰੀ ਸਵਾਹ ਭਰੀ ਹੈ। ਛੁੱਟੇ ਤਿਲ ਬੁਆੜ ਜੋ ਸੁਣੇ ਅੰਦਰ ਖੇਤ। ਫਿਰ ਉਹ ਜਿਹੜਾ ਤਿਲ ਪੈਦਾ ਹੋ ਜਾਂਦਾ ਹੈ, ਉਸ ਨੂੰ ਜਿਹੜਾ ਕਿਸਾਨ ਹੈ ਜਿਸ ਨੇ ਤਿਲਾਂ ਦੀ ਖੇਤੀ ਕੀਤੀ ਹੈ, ਉਹ ਬਾਕੀ ਸਾਰੀ ਫਸਲ ਨੂੰ ਵੱਢ ਲੈਂਦਾ ਤੇ ਉਹ ਸੁੰਨੇ ਖੇਤ ਦੇ ਵਿੱਚ ਉਹ ਤਿਲ ਦਾ ਬੂਟਾ ਇਕੱਲਾ ਹੀ ਖੜਾ ਰਹਿੰਦਾ, ਜਿਸ ਦੇ ਵਿੱਚ ਸਵਾਹ ਭਰੀ ਹੁੰਦੀ ਹੈ, ਜਿਸ ਦੇ ਅੰਦਰ ਤਿਲ ਦਾ ਦਾਣਾ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਉਹ ਇਸ ਤਰ੍ਹਾਂ ਦੇ ਹੋ ਜਾਂਦੇ ਇਸ ਸੰਸਾਰ ਦੇ ਵਿੱਚ, ਜਿਹੜੇ ਆਪਣੇ ਗੁਰੂ ਨੂੰ ਚੇਤੇ ਨਹੀਂ ਕਰਦੇ ਤੇ ਆਪਣੀ ਸਿਆਣਪ ਦੇ ਉੱਪਰ ਇੰਨਾ ਕੁ ਮਾਣ ਕਰਦੇ ਨੇ ਕਿ ਮੈਨੂੰ ਸਿਆਣਪ ਦੇ ਨਾਲ ਪ੍ਰਾਪਤ ਹੋ ਜਾਵੇਗਾ। ਗੁਰਦੇਵ ਜੀ ਬਾਣੀ ਦੇ ਵਿੱਚ ਸਪਸ਼ਟ ਤੌਰ ਤੇ ਬਚਨ ਕਰਦੇ, ਕਹਿੰਦੇ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਕਹਿੰਦੇ ਭਾਈ ਆਪਣੀ ਸੋਚ ਦੇ ਨਾਲ ਤੂੰ ਹੋਰ ਤਰ੍ਹਾਂ ਦੀਆਂ ਚਾਕਰੀਆਂ ਚੰਗਿਆਈਆਂ ਕਰਦਾ ਫਿਰਦਾ ਏ। ਅਵਰ ਸਿਆਣਪ ਕਿਤ, ਹੋਰ ਤਰ੍ਹਾਂ ਦੀਆਂ ਤੇਰੀਆਂ ਸਿਆਣਪਾਂ ਇੱਥੇ ਗੁਰੂ ਦੇ ਕੋਲ ਕੰਮ ਨਹੀਂ ਆਉਂਦੀਆਂ। ਸੰਸਾਰ ਤੇ ਤੂੰ ਲੋਕਾਂ ਨੂੰ ਰਿਝਾ ਸਕਦਾ ਹੈ, ਖੁਸ਼ ਕਰ ਸਕਦਾ ਹੈ, ਲੋਕ ਤੇਰੇ ਤੇ ਰੀਝ ਸਕਦੇ ਹਨ ਤੇਰੀ ਸਿਆਣਪ ਦੇ ਕਰਕੇ, ਤੇਰੀ ਚੰਗੀ ਬੁੱਧ ਦੇ ਕਰਕੇ। ਪਰ ਇੱਥੇ ਦੇ ਕਹਿੰਦੇ ਉਹ ਕਾਰਜ ਆਉਂਦੇ ਨੇ, ਉਹਨਾਂ ਦੇ ਉੱਪਰ ਬਖਸ਼ਿਸ਼ ਹੁੰਦੀ ਹੈ ਜਿਹੜਾ ਆਪਣੇ ਆਪ ਨੂੰ ਮੂਰਖ ਮੰਨ ਲਵੇ, ਜਿਹੜਾ ਆਪਣੇ ਆਪ ਨੂੰ ਕਹਿ ਦਵੇ ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਇੱਥੇ ਤੇ ਉਹਦੇ ਉੱਪਰ ਬਖਸ਼ਿਸ਼ ਹੁੰਦੀ ਹੈ। ਗੁਰੂ ਦੇ ਸਾਹਮਣੇ ਇਹ ਮਤਾ ਆਖੀਏ ਕਿ ਅਸੀਂ ਬੜੇ ਸਿਆਣੇ ਆ। ਗੁਰਦੇਵ ਜੀ ਨੇ ਅੰਮ੍ਰਿਤਮਈ ਬਾਣੀ ਦੀ ਆਰੰਭਤਾ ਤੇ ਜਪਜੀ ਸਾਹਿਬ ਦੇ ਵਿੱਚ ਹੀ ਇਹ ਬਚਨ ਕਰ ਦਿੱਤਾ
ਕਹਿੰਦੇ ਭਾਈ 4 ਤਰੀਕੇ ਨੇ ਸੰਸਾਰ ਤੇ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਦੇ, ਜਿਹੜੇ ਸੰਸਾਰ ਨੇ ਬਣਾਏ ਨੇ। ਤੀਰਥਾਂ ਤੇ ਇਸ਼ਨਾਨ ਕਰਕੇ, ਫਿਰ ਭੁੱਖਿਆਂ ਰਹਿ ਕੇ, ਜਾਂ ਮੌਨ ਸਮਾਧੀ ਧਾਰ ਕੇ, ਤੇ ਜਾਂ ਆਪਣੀਆਂ ਸਿਆਣਪਾਂ ਦੇ ਨਾਲ ਕਈ ਤਰ੍ਹਾਂ ਦੇ ਕਰਮਕਾਂਡ ਕਰਕੇ। ਗੁਰਦੇਵ ਜੀ ਆਰੰਭਤਾ ਕਰਦੇ ਜਪਜੀ ਸਾਹਿਬ ਦੀ, ਜਿੱਥੋਂ ਸ਼ਲੋਕ ਦੀ ਸਮਾਪਤੀ ਹੁੰਦੀ ਹੈ ਵੀ ਸੱਚ ਦੀ। ਆਰੰਭਤਾ ਹੁੰਦੀ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇਸ਼ਨਾਨ ਦੀ ਇੱਥੇ ਗੁਰੂ ਪਾਤਸ਼ਾਹ ਜੀ ਨੇ ਇਸ਼ਨਾਨ ਨੂੰ ਤਲਾਂਜਲੀ ਦੇ ਦਿੱਤੀ, ਕੱਟ ਦਿੱਤਾ, ਖਤਮ ਕਰ ਦਿੱਤਾ ਕਿ ਭਾਈ ਇਸ਼ਨਾਨ ਕਰਨ ਦੇ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਫਿਰ ਮੌਨ ਧਾਰਨ ਦੇ ਨਾਲ ਵੀ ਪ੍ਰਾਪਤੀ ਨਹੀਂ ਹੁੰਦੀ। ਅੰਦਰ ਦੇ ਵਿਚਾਰ ਕਦੇ ਚੁੱਪ ਨਹੀਂ ਕਰਦੇ। ਬਾਹਰੋਂ ਚੁੱਪ ਬੈਠ ਸਕਦੇ ਹਾਂ ਅਸੀਂ, ਪਰ ਅੰਦਰ ਦੇ ਵਿਚਾਰ ਸਾਡੇ ਉਹ ਚੁੱਪ ਨਹੀਂ ਕਰਦੇ। ਫਿਰ ਤੀਜਾ ਕਾਰਜ ਭੁੱਖਿਆ ਭੁੱਖ ਨਾ ਉਤਰੇ, ਜੇ ਬੰਨਾ ਪੁਰੀਆਂ ਭਾਰ। ਫਿਰ ਭੁੱਖਿਆਂ ਦੀ ਭੁੱਖ ਵੀ ਨਹੀਂ ਕਦੇ ਉਤਰ ਸਕਦੀ, ਭਾਵੇਂ ਹਜ਼ਾਰਾਂ ਜਿਹੜੀਆਂ 14 ਪੁਰੀਆਂ ਨੇ ਸੰਸਾਰ ਦੀਆਂ, ਉਹਨਾਂ ਦੇ ਭਾਰ ਦੇ ਤੁੱਲ ਬਰਾਬਰ ਪਦਾਰਥ ਇਕੱਠੇ ਕਰ ਲਈਏ ਤਾਂ ਭੁੱਖਿਆਂ ਦੀ ਭੁੱਖ ਨਹੀਂ ਉਤਰ ਸਕਦੀ। ਫਿਰ ਚੌਥਾ ਪਾਤਸ਼ਾਹ ਜੀ ਕਹਿੰਦੇ ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਭਾਈ ਸਿਆਣਪ ਦੇ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ। ਆਪਣੇ ਆਪ ਨੂੰ ਗਿਆਨੀ ਸਮਝਿਆ, ਆਪਣੇ ਆਪ ਨੂੰ ਹੋਰ 36 ਤਰ੍ਹਾਂ ਦੀ ਇੱਕੋ ਗੱਲ ਦੇ ਵਿਚਾਰ ਕੀਤਿਆਂ ਕਿ ਗੁਰੂ ਦੀ ਪ੍ਰਾਪਤੀ ਦੇ ਨਾਲ ਆਪਾਂ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਈਏ। ਇਹਦੇ ਬਜਾਏ ਆਪਾਂ ਇੱਕੋ ਗਿਆਨ ਦੀ ਗੱਲ ਨੂੰ, ਸੰਸਾਰ ਨੂੰ ਜੇ 36 ਤਰ੍ਹਾਂ ਨਾਲ ਸਮਝੀਏ, ਸਮਝਾਈਏ, ਤੇ ਕਹਿੰਦੇ ਏਦਾਂ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ। ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ। ਇੱਕ ਇਤਿਹਾਸਕ ਸਾਖੀ ਆਪ ਜੀ ਜਾਣਦੇ ਹੋ, ਆਪ ਜੀ ਨੇ ਸੁਣਿਆ ਹੈ, ਭਗਤ ਧੰਨਾ ਜੀ ਦਾ ਨਾਮ ਆਉਂਦਾ ਜੀ। ਬਾਣੀ ਦੇ ਅੰਦਰ, ਅੰਮ੍ਰਿਤਮਈ ਬਾਣੀ ਦੇ ਵਿੱਚ ਭਗਤ ਧੰਨਾ ਜੀ ਦੀ ਬਾਣੀ ਵੀ ਦਰਜ ਹੈ। ਤੇ ਸਾਖੀ ਭਾਈ ਗੁਰਦਾਸ ਜੀ ਦਰਜ ਕਰਦੇ ਆ ਆਪਣੀ ਭਗਤ ਮਾਲਾ ਦੇ ਵਿੱਚ 10ਵੀਂ ਵਾਰ ਦੀ 13ਵੀਂ ਪੌੜੀ ਦੇ ਅੰਦਰ। ਪੌੜੀ ਦੇ ਜੋ ਬਚਨ ਨੇ ਮੈਂ ਉਹ ਆਪ ਜੀ ਦੇ ਸਨਮੁਖ ਰੱਖਾਂ। ਭਾਈ ਗੁਰਦਾਸ ਜੀ ਲਿਖਦੇ, ਬਾਹਮਣ ਪੂਜੈ ਦੇਵਤਾ, ਧੰਨਾ ਗਊ ਚਰਾਵਣ ਜਾਵੇ। ਧੰਨੇ ਡਿੱਠਾ ਚਲਿਤ ਇਹ, ਪੁੱਛੈ ਬਾਹਮਣ ਆਖ ਸੁਣਾਵੇ। ਮੈਂ ਇਹਦੀ ਸੰਖੇਪ ਜੀ ਵਿਆਖਿਆ ਆਪ ਜੀ ਦੇ ਨਾਲ ਸਾਂਝੀ ਕਰਾਂ। ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਬਾਹਮਣ ਪੂਜੈ ਦੇਵਤਾ। ਬਾਹਮਣ ਜਿਹੜਾ ਹੈ ਉਹ ਪੱਥਰ ਦੀ ਮੂਰਤੀ ਨੂੰ ਦੇਵਤਾ ਜਾਣ ਕੇ ਤੇ ਉਹਦੀ ਪੂਜਾ ਕਰ ਰਿਹਾ, ਉਹਨੂੰ ਠਾਕੁਰ ਕਹਿ ਕੇ ਪੂਜਦਾ ਹੈ। ਉਹ ਜਦੋਂ ਪੂਜਾ ਕਰਦਾ ਤੇ ਧੰਨਾ ਗਊ ਚਰਾਵਣ ਜਾਵੇ, ਉਹ ਮੰਦਿਰ ਦੇ ਕੋਲੋਂ ਗਊ ਚਰਾਉਂਦਿਆਂ ਲੰਘਦਾ ਹੈ, ਬਾਹਮਣ ਦੇ ਘਰ ਦੇ ਪਾਸੋਂ ਲੰਘਦਾ ਹੈ। ਤੇ ਧੰਨਾ ਜਿਹੜਾ ਉਹ ਭੋਲੇ ਭਾਅ ਦਾ ਜੱਟ ਹੈ, ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਕੀ ਕਰ ਰਿਹਾ। ਉਹ ਖੈਰ ਹਾਰ ਕੇ ਇੱਕ ਵਾਰਾ ਲੰਘਿਆ, ਉਸਨੇ ਵੇਖਿਆ ਹੈਰਾਨੀ ਦੇ ਨਾਲ, 2 ਵਾਰਾ ਲੰਘਿਆ, 3 ਵਾਰਾ ਲੰਘਿਆ। ਉਸਨੇ ਜਾ ਕੇ ਬ੍ਰਾਹਮਣ ਨੂੰ ਪੁੱਛ ਲਿਆ ਕਿ ਭਾਈ ਇਹ ਤੂੰ ਕੀ ਕਰਦਾ ਆ। ਤੇ ਅੱਗੋਂ ਬ੍ਰਾਹਮਣ ਜਾ ਕੇ ਉਸ ਨੂੰ ਦੱਸਦਾ ਹੈ, ਪੁੱਛੈ ਬਾਹਮਣ ਆਖ ਸੁਣਾਵੇ। ਬਾਹਮਣ ਜਿਹੜਾ ਅੱਗੋਂ ਆਖ ਕੇ ਸੁਣਾਉਂਦਾ ਦੱਸਦਾ ਹੈ, ਕਹਿੰਦਾ ਠਾਕੁਰ ਦੀ ਸੇਵਾ ਕਰੇ, ਜੋ ਇੱਛੈ ਸੋਈ ਫਲ ਪਾਵੇ। ਕਹਿੰਦਾ ਭਾਈ ਮੈਂ ਨਾ ਠਾਕੁਰ ਦੀ ਸੇਵਾ ਕਰਦਾ ਹਾਂ, ਇਹ ਮੇਰਾ ਦੇਵਤਾ, ਮੇਰਾ ਠਾਕੁਰ ਹੈ, ਤੇ ਮੈਂ ਜਦੋਂ ਇਹਦੀ ਸੇਵਾ ਕਰਦਾ ਤੇ ਇਹਦੇ ਕੋਲੋਂ ਜੋ ਇੱਛਾ ਸੋਈ ਫਲ ਪਾਵੇ। ਹੁਣ ਗੱਲ ਸੱਚੀ ਹੈ ਕਿ ਠਾਕੁਰ ਦੀ ਸੇਵਾ ਕੀਤਿਆਂ ਜੋ ਮਨ ਦੇ ਵਿੱਚ ਚਿਤਵਨੀ ਹੋਵੇ, ਜੋ ਇੱਛਾ ਸੋਈ ਫਲ ਪਾਵੇ। ਪਰ ਜਿਹੜਾ ਬ੍ਰਾਹਮਣ ਹੈ ਉਹ ਕੇਵਲ ਸੇਵਾ ਤੱਕ ਸੀਮਿਤ ਹੈ।
ਉਸ ਨੂੰ ਇਸ ਗੱਲ ਦੀ ਦ੍ਰਿੜਤਾ ਨਹੀਂ, ਇਸ ਗੱਲ ਤੇ ਭਰੋਸਾ ਨਹੀਂ, ਉਹ ਗਿਆਨ ਮਾਤਰ ਇਹ ਗੱਲ ਕੇਵਲ ਧੰਨੇ ਨੂੰ ਦੱਸ ਰਿਹਾ ਕਿ ਭਾਈ ਜੋ ਇੱਛਾ ਸੋਈ ਫਲ ਪਾਵੇ। ਆਪਣਾ ਦ੍ਰਿੜਤਾ ਨਹੀਂ ਹੈ, ਆਪਣਾ ਨਿਸ਼ਚਾ ਨਹੀਂ ਹੈ। ਕਹਿਣ ਤੋਂ ਭਾਵ ਜਿਵੇਂ ਦਾਸ ਵਿਚਾਰ ਕਰ ਰਹੇ ਆ, ਹੁਣ ਦਾਸ ਦੱਸ ਰਿਹਾ ਹੋਵੇ ਕਿਸੇ ਹੋਰ ਨੂੰ ਕਿ ਗੁਰੂ ਦੀ ਬੜੀ ਵਡਿਆਈ ਆ ਜੀ, ਗੁਰੂ ਦੇ ਕਰਕੇ ਅਕਾਲ ਪੁਰਖ ਪ੍ਰਾਪਤ ਹੋ ਜਾਂਦਾ, ਪਰ ਦਾਸ ਨੂੰ ਪ੍ਰਾਪਤ ਤੇ ਨਹੀਂ ਹੋਇਆ, ਕਿਉਂਕਿ ਸਾਡਾ ਨਿਸ਼ਚਾ ਨਹੀਂ ਵੱਜਦਾ ਗੁਰੂ ਦੇ ਉੱਪਰ। ਕਹਿਣ ਵਾਲਿਆਂ ਦਾ, ਸੁਣਾਉਣ ਵਾਲਿਆਂ ਦਾ ਕੇਵਲ ਮੁਖ ਦਾ ਗਿਆਨ ਹੈ, ਕੇਵਲ ਬੋਲਣ ਦਾ ਗਿਆਨ ਹੈ, ਸਾਡੇ ਅੰਦਰ ਇੰਨੀ ਸ਼ਰਧਾ ਨਹੀਂ ਵੱਜਦੀ। ਤੇ ਇਹੋ ਹਾਲ ਉਸ ਬ੍ਰਾਹਮਣ ਦਾ ਹੈ। ਉਸ ਬ੍ਰਾਹਮਣ ਨੇ ਜਾ ਕੇ ਤੇ ਧੰਨੇ ਨੂੰ ਦੱਸਿਆ, ਕਹਿੰਦਾ ਭਾਈ ਇਸ ਤਰ੍ਹਾਂ ਨਾ ਠਾਕੁਰ ਦੀ ਸੇਵਾ ਕਰੈ, ਇਸ ਮੂਰਤੀ ਦੀ ਸੇਵਾ ਕੀਤਿਆਂ, ਇਸ ਨੂੰ ਠਾਕੁਰ ਜਾਣ ਕੇ ਇਹਦੀ ਸੇਵਾ ਕੀਤਿਆਂ, ਇਹਨੂੰ ਫਲ ਚੜਾਇਆ, ਇਹਨੂੰ ਭੋਜਨ ਦਿੱਤਿਆਂ, ਇਹਨੂੰ ਛਾਛ ਲੱਸੀ ਦਿੱਤਿਆਂ, ਤੇ ਇਹਦੇ ਕਰਕੇ ਸਾਰੀਆਂ ਇੱਛਾ ਜੋ ਇੱਛਾ ਸੋਈ ਫਲ ਪਾਵੇ। ਫਿਰ ਅੱਗੇ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਧੰਨਾ ਕਰਦਾ ਜੋਦੜੀ, ਮੈਂ ਭੀ ਦੇ ਇੱਕ ਜੇ ਤੁਧ ਭਾਵੈ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੈ। ਹੁਣ ਧੰਨਾ ਜਿਹੜਾ ਭੋਲੇ ਭਾਅ ਦਾ ਬੰਦਾ ਜੱਟ ਹੈ, ਉਸਨੇ ਭੋਲੇ ਭਾਅ ਦੇ ਵਿੱਚ ਹੁਣ ਮਨ ਦੀਆਂ ਇੱਛਾਵਾਂ ਨੇ, ਤੇ ਇੱਛਾ ਦੀ ਪੂਰਤੀ ਵਾਸਤੇ ਉਹਨੇ ਬ੍ਰਾਹਮਣ ਨੂੰ ਆਖਿਆ, ਕਹਿੰਦਾ ਭਾਈ ਤੂੰ ਇਸ ਤਰ੍ਹਾਂ ਕਰ, ਧੰਨਾ ਕਰਦਾ ਜੋਦੜੀ, ਜੋਦੜੀਆਂ ਮਿੰਨਤਾਂ ਕਰਦਾ, ਥੱਲੇ ਲੰਮਾ ਪੈ ਕੇ ਗੋਡਿਆਂ ਦੇ ਭਾਰ ਹੋ ਕੇ ਪੰਡਤ ਦੇ ਅੱਗੇ, ਬ੍ਰਾਹਮਣ ਦੇ ਅੱਗੇ ਹੱਥ ਜੋੜ ਕੇ ਕਹਿੰਦਾ ਭਾਈ ਜੇ ਤੇਰੇ ਕੋਲ ਹੋਰ ਵੀ ਹੈ ਤੇ ਮੈਨੂੰ ਵੀ ਦੇ ਇੱਕ, ਮੈਂ ਵੀ ਇਹਦੀ ਸੇਵਾ ਕਰਾਂਗਾ। ਹੁਣ ਬ੍ਰਾਹਮਣ ਨੇ ਕੀ ਕੀਤਾ ਜੀ, ਧੰਨਾ ਪੈ ਗਿਆ ਖਹਿੜੇ, ਤੇ ਧੰਨੇ ਨੂੰ ਖਹਿੜੇ ਪਏ ਨੂੰ ਛਡਾਉਣ ਵਾਸਤੇ, ਆਪਣਾ ਪਿੱਛਾ ਛਡਵਾਉਣ ਵਾਸਤੇ ਉਹਨੇ ਸੜਕ ਤੋਂ, ਰਾਹ ਤੋਂ ਇੱਕ ਪੱਥਰ ਚੁੱਕਿਆ, ਕੱਚੇ ਰਾਹ ਤੋਂ ਸਾਈਡ ਤੇ ਇੱਕ ਪੱਥਰ ਪਿਆ, ਉਸਨੇ ਪੱਥਰ ਚੁੱਕਿਆ, ਉਹਨੂੰ ਕੱਪੜੇ ਦੇ ਵਿੱਚ ਧੋ ਕੇ, ਉਹਨੂੰ ਕੱਪੜੇ ਦੇ ਵਿੱਚ ਲਪੇਟ ਕਰਕੇ ਤੇ ਉਹਨੇ ਧੰਨੇ ਨੂੰ ਪਕੜਾ ਦਿੱਤਾ। ਕਹਿੰਦਾ ਭਾਈ ਮੈਂ ਵੀ ਇਸ ਪੱਥਰ ਦੀ ਪੂਜਾ ਕਰਦਾ, ਇਹੋ ਠਾਕੁਰ ਹੈ, ਤੂੰ ਵੀ ਇਹਦੀ ਪੂਜਾ ਕਰ। ਧੰਨਾ ਪੱਥਰ ਨੂੰ ਘਰ ਲੈ ਕੇ ਗਿਆ, ਉਹਨੇ ਘਰ ਲਿਜਾ ਕੇ ਤੇ ਭਾਈ ਗੁਰਦਾਸ ਜੀ ਲਿਖਦੇ ਠਾਕੁਰ ਨੂੰ ਨਵਾਲ ਕੈ, ਸ਼ਾਹੇ ਰੋਟੀ ਲੈ ਭੋਗ ਲਗਾਵੈ, ਹੱਥ ਜੋੜ ਮਿੰਨਤਾਂ ਕਰੈ, ਪੈਰੀ ਪੈ ਪੈ ਬਹੁਤ ਮਨਾਵੈ, ਹਾਂ ਭੀ ਮੂੰਹ ਨਾ ਜਠਾਲਸਾ, ਤੂੰ ਰੁੱਠਾ ਮੈਂ ਕਿਹੋ ਨਾ ਸੁਖਾਵੈ। ਕਹਿੰਦੇ ਭਗਤ ਧੰਨਾ ਜੀ ਹੁਣ ਉਹਨੂੰ ਪੱਥਰ ਨੂੰ ਘਰ ਲੈ ਕੇ ਗਏ ਨੇ, ਤੇ ਘਰ ਦੇ ਵਿੱਚ ਪੱਥਰ ਨੂੰ ਲਿਜਾ ਕੇ ਉਹਨੂੰ ਨਵਾਲ ਕੇ ਦੁੱਧ ਦੇ ਨਾਲ, ਤੇ ਉਹਦੇ ਸਾਹਮਣੇ ਹੁਣ ਬਹਿ ਕੇ ਤੇ ਉਹਨੂੰ ਭੋਜਨ ਛਕਾਉਂਦੇ ਨੇ। ਉਹਦੇ ਸਾਹਮਣੇ ਸ਼ਾਹ ਤੇ ਰੋਟੀ, ਸ਼ਾਹ ਕਹਿੰਦੇ ਲੱਸੀ ਨੂੰ, ਲੱਸੀ ਤੇ ਰੋਟੀ ਲਿਆ ਕੇ ਰੱਖ ਦਿੱਤੀ ਕਿ ਭਾਈ ਇਹਨੂੰ ਛਕ। ਹੁਣ ਭੋਲਾ ਧੰਨਾ ਉਹ ਸੋਚਦਾ ਵਾਕਿਆ ਹੀ ਕਿ ਜੇ ਮੈਨੂੰ ਬ੍ਰਾਹਮਣ ਨੇ ਆਖਿਆ, ਤੇ ਬ੍ਰਾਹਮਣ ਦੇ ਕੋਲ ਰੋਜ਼ ਰੋਟੀ ਖਾਂਦਾ ਹੋਵੇਗਾ ਠਾਕੁਰ, ਪਰ ਬ੍ਰਾਹਮਣ ਦੇ ਪਾਸੋਂ ਉਹਨੇ ਅੱਜ ਤੱਕ ਕਦੇ ਰੋਟੀ ਨਹੀਂ ਖਾਧੀ। ਬ੍ਰਾਹਮਣ ਉਹਦੇ ਕੋਲ ਲਿਜਾ ਕੇ ਰੋਟੀ ਰੱਖ ਦਿੰਦਾ, ਤੇ 2-4 ਮਿੰਟਾਂ 5 ਮਿੰਟਾਂ ਬਾਅਦ ਚੁੱਕ ਕੇ ਲੈ ਆਉਂਦਾ ਕਿ ਬਾਜੀ ਠਾਕੁਰ ਨੇ ਛਕ ਲਿਆ ਭੋਜਨ। ਪਰ ਮਨ ਦੇ ਵਿੱਚ ਕੋਈ ਸ਼ਰਧਾ ਨਹੀਂ ਕਿ ਮੈਂ ਆਪਣੇ ਠਾਕੁਰ ਨੂੰ, ਮੈਂ ਆਪਣੇ ਭਗਵਾਨ ਨੂੰ, ਜੇ ਭਗਵਾਨ ਜਾਣਿਆ ਤੇ ਉਹਨੂੰ ਮੈਂ ਭੋਜਨ ਛਕਾਵਾਂ। ਮਨ ਦੇ ਵਿੱਚ ਕੋਈ ਸ਼ਰਧਾ ਨਹੀਂ, ਕੋਈ ਭਾਵਨਾ ਨਹੀਂ, ਕੇਵਲ ਪੱਥਰ ਦੇ ਮੂਹਰੇ ਜਾ ਕੇ ਭੋਜਨ ਰੱਖਦਾ ਹੈ ਤੇ ਉਹਨੂੰ ਉਹਦੇ ਕੋਲ ਰੱਖ ਕੇ 2-4-5 ਮਿੰਟਾਂ ਬਾਅਦ ਫਿਰ ਚੁੱਕ ਕੇ ਲੈ ਆਉਂਦਾ ਤੇ ਆਪ ਛਕ ਲੈਂਦਾ। ਤੇ ਕੱਲਾ ਉਹ ਹੀ ਨਹੀਂ, ਜੇ ਕੋਈ ਹੋਰ ਵੀ ਲਾਗੇ ਦੇ ਪਿੰਡਾਂ ਦੇ ਵਿੱਚੋਂ, ਘਰਾਂ ਦੇ ਵਿੱਚੋਂ ਭੋਜਨ ਲੈ ਕੇ ਆਉਂਦਾ ਠਾਕੁਰ ਵਾਸਤੇ, ਜਿਹਨੂੰ ਰੱਬ ਮੰਨਦੇ ਨੇ, ਜਿਹਨੂੰ ਅਕਾਲ ਪੁਰਖ ਮੰਨਦੇ ਨੇ, ਉਹਦੇ ਕੋਲ ਆ ਕੇ, ਜਿਹਨੂੰ ਦੇਵਤਾ ਮੰਨਦੇ ਨੇ, ਉਹਦੇ ਕੋਲ ਆ ਕੇ ਤੇ ਉਹ ਭੋਜਨ ਰੱਖਦੇ ਆ। ਬ੍ਰਾਹਮਣ ਉਹਨਾਂ ਦੇ ਕੋਲ ਰੱਖ ਕੇ ਤੇ ਉਹਨੂੰ ਭੋਗ ਲਾ ਕੇ ਤੇ ਲੈ ਆਉਂਦਾ, ਕਿਉਂਕਿ ਕੇਵਲ ਕਹਿਣ ਦੀਆਂ ਗਿਆਨ ਮਾਤਰ ਗੱਲੀ ਬਾਤੀ ਗੱਲਾਂ ਨੇ। ਤੇ ਧੰਨੇ ਨੇ ਜੀ ਹੁਣ ਚਿੱਤ ਦੇ ਵਿੱਚ ਸੱਚ ਕਰਕੇ ਇਹ ਗੱਲ ਮੰਨ ਲਈ ਕਿ ਠਾਕੁਰ ਜਿਹੜਾ ਮੇਰਾ ਇਹ ਭੋਜਨ ਛਕੇਗਾ। ਤੇ ਇਹ ਗੱਲ ਕਹਿੰਦਿਆਂ ਬਾਰ-ਬਾਰ ਇੱਕੋ ਸੁਰਤ ਦੇ ਵਿੱਚ ਜੁੜ ਗਿਆ ਕਿ ਭਾਈ ਮੇਰਾ ਭੋਜਨ ਛਕ, ਮੈਂ ਤੇਰੇ ਅੱਗੇ ਸ਼ਾਹ ਤੇ ਰੋਟੀ ਲਿਆ ਕੇ ਰੱਖੀ ਆ, ਦੁੱਧ ਲੱਸੀ ਤੇ ਪ੍ਰਸ਼ਾਦਾ ਲਿਆ ਕੇ ਰੱਖਿਆ। ਹੱਥ ਜੋੜ ਮਿੰਨਤਾਂ ਕਰੈ, ਪੈਰੀ ਪੈ ਪੈ ਬਹੁਤ ਮਨਾਵੈ। ਪੈਰੀ ਪੈ ਪੈ ਕੇ ਪੱਥਰ ਦੀ ਉਹਨੂੰ ਮਨਾਉਂਦਾ ਆ। ਹੋਇਆ ਕੀ ਜੀ,
ਮਨ ਦੇ ਵਿੱਚ ਕੋਈ ਦੁਬਿਧਾ ਨਾ ਰਹਿ ਜਾਵੇ, ਕਿਉਂਕਿ ਅੱਜ ਦੀ ਜਿਹੜੀ ਵਿਚਾਰ ਹੈ ਉਹ ਇਸ ਗੱਲ ਦੀ ਸ਼ਰਧਾ ਤੋਂ ਤੋੜਨ ਦੀ ਜਿਹੜੀ ਸਾਡੀ ਵਿਚਾਰ ਹੈ, ਅੱਜ ਤਬਕਾ ਚੱਲ ਰਿਹਾ ਨਾ ਜੀ, ਉਹ ਇਸ ਗੱਲ ਨੂੰ ਸੱਚ ਨਹੀਂ ਕਹਿ ਸਕਦਾ। ਉਹ ਇਸ ਗੱਲ ਤੇ ਤਰਕ ਪੈਦਾ ਕਰਦਾ ਹੈ ਕਿ ਧੰਨੇ ਨੇ ਉਸ ਪੱਥਰ ਦੇ ਵਿੱਚੋਂ ਅਕਾਲ ਪੁਰਖ ਪਾ ਲਿਆ। ਕਹਿਣ ਤੋਂ ਭਾਵ ਉਸ ਪੱਥਰ ਦੇ ਵਿੱਚੋਂ ਅਕਾਲ ਪੁਰਖ ਨਹੀਂ ਪਾਇਆ, ਧੰਨੇ ਨੇ ਇਹ ਗਿਆਤ ਕਰ ਲਿਆ, ਇਹ ਉਸ ਨੂੰ ਗਿਆਨ ਪ੍ਰਾਪਤ ਹੋ ਗਿਆ ਕਿ ਭਾਈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਕਿ ਭਾਈ ਸਾਰੇ ਸੰਸਾਰ ਦੇ ਵਿੱਚ ਅਕਾਲ ਪੁਰਖ ਵਸਦਾ ਹੈ। ਕਿਵੇਂ? ਜਦੋਂ ਧੰਨਾ ਬਾਰ-ਬਾਰ ਇਹ ਆਖ ਰਿਹਾ ਹੈ ਕਿ ਹਉ ਭੀ ਮੂੰਹ ਨਾ ਜਠਾਲਸਾਂ, ਕਿ ਭਾਈ ਜਦੋਂ ਤੱਕ ਤੂੰ ਭੋਜਨ ਨਹੀਂ ਛਕੇਗਾ ਮੇਰੇ ਠਾਕੁਰ, ਉਦੋਂ ਤੱਕ ਮੈਂ ਵੀ ਭੋਜਨ ਨਹੀਂ ਛਕਾਂਗਾ। ਜਦੋਂ ਚਿੱਤ ਦੇ ਵਿੱਚ ਇਹ ਵਿਚਾਰ ਧਾਰਦਾ ਹੈ, ਉਦੋਂ ਉਹਦੀ ਸੁਰਤ ਜੁੜਨੀ ਸ਼ੁਰੂ ਹੁੰਦੀ ਹੈ, ਤੇ ਜਦੋਂ ਕਿਰਪਾ ਦੇ ਨਾਲ ਉਸ ਦੀ ਸੁਰਤ ਜੁੜਨੀ ਸ਼ੁਰੂ ਹੁੰਦੀ ਹੈ ਜੀ, ਉਸ ਸੁਰਤ ਦੇ ਵਿੱਚੋਂ ਪੱਥਰ ਦੀ ਜਿਹੜੀ ਮੂਰਤੀ ਹੈ ਉਹ ਨਿਕਲ ਜਾਂਦੀ ਹੈ, ਤੇ ਉਸ ਅਕਾਲ ਦੇ ਰੂਪ ਦੇ ਉੱਪਰ ਸੁਰਤ ਟਿਕ ਜਾਂਦੀ ਕਿ हे ਭਗਵਾਨ, ਜੇ ਮੈਂ ਤੇਰਾ ਭਗਤ ਹਾਂ, ਜੇ ਤੂੰ ਮੈਨੂੰ ਜਾਣਦਾ ਹੈ, ਜੇ ਤੂੰ ਮੈਨੂੰ ਪੈਦਾ ਕੀਤਾ ਹੈ, ਤੇ ਮੈਂ ਤੇਰੇ ਅੱਗੇ ਸ਼ਾਹ ਰੋਟੀ ਲਿਆ ਕੇ, ਲੱਸੀ ਤੇ ਰੋਟੀ ਲਿਆ ਕੇ ਰੱਖੀ, ਤੂੰ ਇਸ ਨੂੰ ਛਕ, ਇਸ ਦਾ ਭੋਜਨ ਕਰ। ਤੇ ਸੱਚ ਜਾਣਿਓ ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੰਦੇ ਆ। 10ਵੀਂ ਪੌੜੀ ਦੀ 10ਵੀਂ ਵਾਰ ਦੀ 13ਵੀਂ ਪੌੜੀ ਵਾਹਿਗੁਰੂ ਦਰਜ ਕੀਤੀ ਆ, ਤੇ ਉਸ ਪੌੜੀ ਦੇ ਅੰਦਰ ਇਹ ਬਚਨ ਦਰਜ ਨੇ। ਆਪ ਜੀ ਪੜ੍ਹ ਸਕਦੇ ਹੋ, ਜਾ ਕੇ ਗਿਆਨ ਨੂੰ ਹਾਸਲ ਕਰ ਸਕਦੇ ਹੋ, ਇਸ ਗੱਲ ਦੀ ਗਵਾਹੀ ਨੂੰ ਜਾਣ ਸਕਦੇ, ਦ੍ਰਿੜਤਾ ਕਰ ਸਕਦੇ ਹੋ। ਭਾਈ ਗੁਰਦਾਸ ਜੀ ਲਿਖਦੇ, ਗੋਸਾਈ ਪ੍ਰਤੱਖ ਹੋਏ ਰੋਟੀ ਖਾਏ ਸ਼ਾਹ ਮੁਖ ਲਾਵੈ, ਭੋਲਾ ਭਾਉ ਗੋਬਿੰਦ ਮਿਲਾਵੈ। ਕਹਿੰਦੇ ਗੋਸਾਈ ਨੇ ਉਸ ਸਮੇਂ ਪ੍ਰਤੱਖ ਹੋ ਕਰਕੇ ਤੇ ਧੰਨੇ ਦੀ ਰੋਟੀ ਵੀ ਖਾਧੀ ਤੇ ਸ਼ਾਹ ਨੂੰ ਮੂੰਹ ਵੀ ਲਾਇਆ, ਭਾਵ ਲੱਸੀ ਨੂੰ ਛਕਿਆ ਵੀ, ਕਿਉਂਕਿ ਭੋਲਾ ਭਾਉ ਗੋਬਿੰਦ ਮਿਲਾਵੈ। ਇੱਕ ਮੈਂ ਆਪ ਜੀ ਦੇ ਸਨਮੁਖ ਉਦਾਹਰਨ ਰੱਖਾਂ ਬਾਣੀ ਦੇ ਵਿੱਚੋਂ, ਤੇ ਗੱਲ ਸਾਡੀ ਪੱਲੇ ਦੇ ਵਿੱਚ, ਸਾਡੀ ਸਮਝ ਦੇ ਵਿੱਚ, ਚਿੱਤ ਦੇ ਵਿੱਚ ਸੌਖੀ ਵਸ ਜਾਵੇਗੀ। ਭਗਤ ਕਬੀਰ ਸਾਹਿਬ ਜੀ ਇੱਕ ਬਚਨ ਕਰਦੇ ਆ, ਵਿਚਾਰ ਕਰ ਰਹੇ ਆਪਾਂ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਆਪਣੇ ਗਿਆਨ ਦੇ ਕਰਕੇ ਅਸੀਂ ਇੰਨੇ ਕੁ ਤਰਕਸ਼ੀਲ ਹੋ ਗਏ ਆ ਕਿ ਅਸੀਂ ਗੁਰੂ ਦੇ ਉੱਤੇ, ਅਸੀਂ ਬਾਣੀ ਦੇ ਉੱਪਰ ਤਰਕ ਕਰਨਾ ਸ਼ੁਰੂ ਕਰ ਦਿੱਤਾ ਕਿ ਭਾਈ ਇਹ ਤਾਂ ਹੋ ਨਹੀਂ ਸਕਦਾ ਜਿਹੜਾ ਬਾਣੀ ਦੇ ਵਿੱਚ ਲਿਖਿਆ। ਬਾਣੀ ਦੇ ਵਿੱਚ ਦਰਜ ਹੈ ਕਿ ਧੰਨਾ ਭਗਤ ਹੈ, ਤੇ ਗੁਰੂ ਪਾਤਸ਼ਾਹ ਜੀ ਨੇ ਉਸ ਭਗਤ ਦੀ ਬਾਣੀ ਨੂੰ ਬੜੇ ਸਤਿਕਾਰ ਦੇ ਨਾਲ ਬਾਣੀ ਧੁਰਕੀ ਬਾਣੀ ਦੇ ਅੰਦਰ, ਅੰਮ੍ਰਿਤਮਈ ਬਾਣੀ ਦੇ ਇਸ ਖਜ਼ਾਨੇ ਸਰੂਪ ਦੇ ਅੰਦਰ ਦਰਜ ਕੀਤਾ ਹੈ। ਭਾਵ ਧੰਨੇ ਨੇ ਜੀਵਨ ਦੇ ਅੰਦਰ ਪ੍ਰਾਪਤੀ ਕੀਤੀ ਹੈ, ਤੇ ਅਸੀਂ ਇਸ ਗੱਲ ਨੂੰ ਮੰਨਣ ਤੇ ਰਾਜੀ ਨਹੀਂ, ਕਿਉਂਕਿ ਮਨ ਆਪਣੇ ਸੁਚੇਤ, ਆਪਣੀ ਸਿਆਣਪ ਸਾਡੇ ਉੱਪਰ ਭਾਰੀ ਹੋ ਗਈ ਆ। ਖੈਰ, ਆਪਾਂ ਉਦਾਹਰਣ ਵੱਲ ਧਿਆਨ ਦਈਏ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਆ ਜੀ, ਕਹਿੰਦੇ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ। ਕਹਿੰਦੇ ਭਾਈ ਲੱਕੜ ਦਾ ਘਰ ਬਣਿਆ, ਲੱਕੜ ਦੀ ਕੋਠੀ ਨੂੰ, ਲੱਕੜ ਦੇ ਘਰ ਨੂੰ 10 ਦਿਸ਼ਾਵਾਂ ਤੋਂ ਅੱਗ ਲੱਗ ਗਈ। ਹੁਣ ਅੰਦਰ ਇੱਕ ਮੂਰਖ ਬੈਠਾ ਆ ਤੇ ਇੱਕ ਪੰਡਤ ਬੈਠਾ ਹੈ, ਭਾਵ ਇੱਕ ਗਿਆਨੀ ਬੈਠਾ ਜਿਹਨੂੰ ਇਸ ਗੱਲ ਦਾ ਗਿਆਨ ਹੈ ਕਿ ਅੱਗ ਕਿਵੇਂ ਲੱਗਦੀ ਆ, ਅੱਗ ਬਣਦੀ ਕਿਵੇਂ ਹੈ, ਅੱਗ ਪੈਦਾ ਕਿਸ ਚੀਜ਼ ਤੋਂ ਹੁੰਦੀ ਹੈ, ਤੇ ਅੱਗ ਦੀ ਸ਼ਕਤੀ ਦਾ ਗਿਆਨ ਹੈ ਕਿ ਅੱਗ ਕਰ ਕੀ ਸਕਦੀ ਹੈ। ਦੂਜਾ ਮੂਰਖ ਹੈ, ਉਹਨੂੰ ਇਹ ਵੀ ਨਹੀਂ ਪਤਾ ਕਿ ਅੱਗ ਹੁੰਦੀ ਕੀ ਆ। ਹੁਣ ਵਿਚਾਰ ਨੂੰ ਸਮਝਣਾ, ਜਿਹੜਾ ਤੇ ਗਿਆਨੀ, ਜਿਹੜਾ ਪੰਡਤ ਹੈ, ਉਹ ਵੀ ਉਸੇ ਘਰ ਦੇ ਅੰਦਰ ਬੈਠਾ। ਜਦੋਂ ਬਾਹਰੋਂ ਅੱਗ ਲੱਗਣੀ ਸ਼ੁਰੂ ਹੋਈ ਤੇ ਉਹਨੇ ਵਿਚਾਰ ਆਰੰਭ ਕਰ ਦਿੱਤੀ, ਭਾਈ ਏਦਾਂ ਮਾਚਿਸ ਬਣਦੀ ਆ, ਏਦਾਂ ਅੱਗ ਲੱਗਦੀ ਆ, ਤੇ ਆ ਜਿਹੜੀ ਅੱਗ ਲੱਗੀ ਆਪਣਾ ਹੰਕਾਰ ਦਿਖਾਉਣ ਵਾਸਤੇ ਕਿ ਮੈਂ ਬੜਾ ਗਿਆਨੀ ਆ। ਹੁਣ ਉਹ ਆਪਣਾ ਗਿਆਨ ਝਾੜ ਰਿਹਾ, ਆਪਣਾ ਗਿਆਨ ਦੱਸ ਰਿਹਾ, ਕਹਿੰਦਾ ਕਿ ਭਾਈ ਆ ਜਿਹੜੀ ਬਾਹਰ ਅੱਗ ਲੱਗੀ ਆ, ਇਹਦਾ ਇੰਨਾ ਟੈਂਪਰੇਚਰ ਹੈ, ਤੇ ਇਹ ਇਸ ਲੱਕੜ ਨੂੰ ਲੱਗੀ ਹੈ, ਇਸ ਲੱਕੜ ਨੂੰ ਇੰਨੇ ਮਿੰਟਾਂ ਦੇ ਵਿੱਚ ਸਾੜ ਦੇਵੇਗੀ, ਆਪਣੇ ਘਰ ਨੂੰ ਇਹ ਇੰਨੇ ਸਮੇਂ ਦੇ ਵਿੱਚ ਸਾੜ ਦੇਵੇਗੀ। ਇਹ ਵਿਚਾਰ ਕਰ ਰਿਹਾ ਜੀ, ਆਪਣੇ ਹੰਕਾਰ ਦੇ ਵਿੱਚ, ਆਪਣੇ ਗੁਮਾਨ ਦੇ ਵਿੱਚ, ਆਪਣੇ ਗਰੂਰ ਦੇ ਵਿੱਚ ਇੰਨਾ ਕੁ
ਗਵਾਚ ਗਿਆ, ਗੁੰਮ ਹੋ ਗਿਆ। ਇਸ ਨੂੰ ਪਤਾ ਨਹੀਂ ਲੱਗਾ ਅੱਗ ਜਿਹੜੀ ਘਰ ਦੇ ਅੰਦਰ ਆ ਗਈ। ਹੁਣ ਮੂਰਖ ਨੇ ਕੀ ਕੀਤਾ ਜੀ, ਉਹਨੂੰ ਪਤਾ ਨਹੀਂ ਕਿ ਅੱਗ ਕੀ ਹੁੰਦੀ ਆ। ਉਹਦੇ ਸਰੀਰ ਨੂੰ ਲੱਗਾ ਸੇਕ, ਉਹਨੇ ਆਪਣੀ ਵਸਤਰਾਂ ਵਾਲੀ ਪੋਟਲੀ ਚੁੱਕੀ, ਉਹ ਉੱਠ ਕੇ ਤੇ ਘਰੋਂ ਬਾਹਰ ਨਿਕਲ ਗਿਆ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਮੂਰਖ ਜਿਹੜਾ ਉਹ ਉੱਥੇ ਸਿਆਣਪ ਦਿਖਾ ਗਿਆ। ਮੂਰਖ ਜਿਹੜਾ ਬੰਦਾ ਉਹ ਆਪਣੀ ਸਿਆਣਪ ਦਿਖਾ ਗਿਆ ਕਿ ਭਾਈ ਮੈਂ ਅੱਗ ਦੀ ਵਿਚਾਰ ਤੋਂ ਕੀ ਲੈਣਾ, ਮੈਨੂੰ ਤੇ ਇਹ ਹੈ ਕਿ ਮੇਰੀ ਜਿੰਦ ਬਚ ਜਾਵੇ, ਮੇਰੀ ਜਾਨ ਬਚ ਜਾਵੇ, ਮੈਂ ਅੱਗ ਤੋਂ ਕੀ ਲੈਣਾ, ਮੈਂ ਵਿਕਾਰਾਂ ਤੋਂ ਕੀ ਲੈਣਾ ਹੈ ਕਿ ਭਾਈ ਕਾਮ ਕਿੱਥੋਂ ਪੈਦਾ ਹੋਇਆ, ਕ੍ਰੋਧ ਕਿੱਥੋਂ ਪੈਦਾ ਹੋਇਆ। ਗੱਲ ਤੇ ਇਹ ਹੈ ਕਿ ਗੁਰੂ ਗੁਰੂ ਜਪੀਏ ਤੇ ਇਹ ਵਿਕਾਰ ਆਪੇ ਹੀ ਨਹੀਂ ਆਉਂਦੇ। ਜਿਹੜਾ ਪੰਡਤ ਹੈ ਉਹ ਇਸ ਗੱਲ ਦੀ ਵਿਚਾਰ ਕਰਦਾ ਰਹਿੰਦਾ ਭਾਈ ਕ੍ਰੋਧ ਇੱਥੋਂ ਪੈਦਾ ਹੁੰਦਾ। ਜਿਹੜਾ ਗਿਆਨੀ ਹੈ ਜਿਹਨੂੰ ਗਿਆਨ ਹੋ ਗਿਆ, 4 ਕਿਤਾਬਾਂ ਪੜ੍ਹ ਲੀਆਂ, ਉਹ ਇਸ ਗੱਲ ਦੀ ਵਿਚਾਰ ਕਰਦਾ ਰਹਿੰਦਾ ਭਾਈ ਜਿਹੜਾ ਕ੍ਰੋਧ ਆ ਉਹ ਇੱਥੋਂ ਪੈਦਾ ਹੁੰਦਾ, ਜਿਹੜਾ ਕਾਮ ਆ ਉਹ ਇੱਥੋਂ ਪੈਦਾ ਹੁੰਦਾ, ਜਿਹੜਾ ਲੋਭ ਹੈ ਇੱਥੋਂ ਪੈਦਾ ਹੁੰਦਾ, ਇਹਦੇ ਇੰਨੇ ਸਾਈਡ ਇਫੈਕਟ ਆ, ਇਹ ਇਸ ਤਰ੍ਹਾਂ ਕਾਰਜ ਕਰਦਾ ਆ। ਭਾਵ ਗੱਲ ਤੇ ਛੁੱਟਣ ਦੀ ਸੀ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ। ਕਹਿਣ ਤੋਂ ਭਾਵ ਹੈ ਪੈਰਾਂ ਦੇ ਵਿੱਚ ਪਈਆਂ ਹੋਣ ਬੇੜੀਆਂ ਤੇ ਅਸੀਂ ਬੇੜੀਆਂ ਨੂੰ ਖੋਲਣ ਦੀ ਬਜਾਏ ਇਹ ਵਿਚਾਰ ਕਰੀ ਜਾਈਏ ਭਾਈ ਇਹ ਬੇੜੀਆਂ ਜਿਹੜੀ ਲੋਹੇ ਦੀਆਂ ਨੇ ਕਿ ਧਾਤ ਕਿਸੇ ਹੋਰ ਧਾਤ ਦੀਆਂ ਬਣੀਆਂ ਜਾਂ ਤਾਂਬੇ ਦੀਆਂ ਬਣੀ, ਉਹਨੂੰ ਸਿਆਣਾ ਥੋੜਾ ਆਖਿਆ ਜਾਵੇਗਾ ਜੀ, ਉਹਨੂੰ ਮੂਰਖ ਹੀ ਆਖਾਂਗੇ। ਤੇ ਜਿਹੜਾ ਮੂਰਖ ਹੈ ਉਹਨੂੰ ਇਸ ਗੱਲ ਦੀ ਲੱਗੀ ਹੈ ਕਿ ਮੇਰੇ ਪੈਰਾਂ ਦੇ ਵਿੱਚ ਕੋਈ ਬੰਧਨ ਪਿਆ, ਮੈਨੂੰ ਖੋਲਾਂ, ਉਹਨੂੰ ਇਹ ਵੀ ਨਹੀਂ ਪਤਾ ਕਿ ਇਹਨੂੰ ਬੇੜੀ ਕਹਿੰਦੇ। ਇੱਕ ਨਦੀ, ਇੱਕ ਦਰਿਆ ਵਗ ਰਿਹਾ ਜੀ, ਤੇ ਇੱਕ ਪਾਸੇ ਪੰਡਤ ਖੜਾ ਕੋਈ। ਹੁਣ ਉਹ ਆਖਦਾ ਕਿਸੇ ਰਾਹਗੀਰ ਨੂੰ, ਮੁਸਾਫਰ ਨੂੰ ਕਿ ਭਾਈ ਉਹ ਖੜਾ ਬੇੜੀ ਵੇਖ ਰਿਹਾ ਕਿ ਕੋਈ ਬੇੜੀ ਵਾਲਾ ਆਵੇ ਤੇ ਮੈਨੂੰ ਦਰਿਆ ਪਾਰ ਕਰਾ ਦੇਵੇ। ਤੇ ਉਹ ਪੰਡਤ ਨੂੰ ਪੁੱਛਦਾ, ਪੰਡਤ ਜੀ ਗਿਆਨੀ ਹੋ ਆਪ ਜੀ, ਬੜਾ ਗਿਆਨ ਹੈ ਆਪ ਜੀ ਨੂੰ, ਆਪ ਜੀ ਦੇ ਗਿਆਨ ਦੇ ਵਿੱਚ ਕਿਤੇ ਇਹ ਗੱਲ ਨਹੀਂ ਕਿਤੇ ਦਰਜ ਕਿ ਇਸ ਦਰਿਆ ਦੇ ਵਿੱਚੋਂ ਕਿਵੇਂ ਪਾਰ ਲੰਘਿਆ ਜਾਂਦਾ। ਕਹਿੰਦਾ ਇੱਕ ਕੰਮ ਕਰ। ਹੁਣ ਉਹਨੇ ਆਪਣੇ ਗਿਆਨ ਦੇ ਤੌਰ ਤੇ ਆਖਿਆ, ਕੇਵਲ ਮੁਖ ਦਾ ਗਿਆਨ, ਕੇਵਲ ਝੂਠਾ ਮੁਖ ਤੋਂ ਕਹਿਣ ਵਾਲਾ ਗਿਆਨ, ਅੰਦਰ ਕੋਈ ਵਿਚਾਰ ਨਹੀਂ, ਅੰਦਰ ਗੱਲ ਨਹੀਂ, ਕੇਵਲ ਉੱਤੋਂ ਗਿਆਨ ਦਿਖਾਉਣ ਵਾਸਤੇ। ਕਹਿੰਦਾ ਤੂੰ ਇਸ ਤਰ੍ਹਾਂ ਕਰ ਭਾਈ, ਮੁਖ ਦੇ ਨਾਲ ਰਾਮ ਰਾਮ ਜਪੀ ਜਾ ਤੇ ਪਾਣੀ ਦੇ ਉੱਤੇ ਤਰਦਾ ਜਾ ਤੇ ਤੂੰ ਦਰਿਆ ਪਾਰ ਕਰ ਜਾਵੇਂਗਾ। ਇੱਕ ਕਥਾ ਵਿਚਾਰ ਦਰਜ ਹੈ ਇਹ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ। ਹੁਣ ਉਹ ਜਿਹੜਾ ਪੰਡਤ ਹੈ ਉਹ ਇਸ ਗੱਲ ਦੀ ਵਿਚਾਰ ਕਰਦਾ, ਕਹਿੰਦਾ ਭਾਈ ਤੂੰ ਇਸ ਤਰ੍ਹਾਂ ਕਰ, ਰਾਮ ਰਾਮ ਜਪਦਾ ਜਾ ਤੇ ਇਸ ਪਾਣੀ ਤੋਂ, ਇਸ ਦਰਿਆ ਤੋਂ ਪਾਰ ਹੋ ਜਾਵੇਂਗਾ। ਹੁਣ ਜਿਹੜਾ ਮੂਰਖ ਆ ਜੀ ਉਹਨੇ ਸ਼ਰਧਾ ਧਾਰ ਕੇ ਇੰਨਾ ਕੁ ਦ੍ਰਿੜ ਹੋ ਗਿਆ ਇਸ ਗੱਲ ਤੇ ਕਿ ਜੇ ਮੈਂ ਰਾਮ ਰਾਮ ਜਪਦਾ ਜਾਵਾਂਗਾ, ਉਹਨੇ ਪੰਡਤ ਦੀ ਗੱਲ ਤੇ ਨਿਸ਼ਚਾ ਧਾਰ ਲਿਆ, ਵਿਸ਼ਵਾਸ ਕਰ ਲਿਆ। ਤੇ ਦੁਨੀਆ ਵਿੱਚ ਸਭ ਤੋਂ ਪੱਕੀ, ਸਭ ਤੋਂ ਵੱਡੀ ਚੀਜ਼ ਹੈ ਵਿਸ਼ਵਾਸ। ਇੱਥੇ ਆਪਾਂ ਸੁਚੇਤ ਹੋਣ ਦੀ ਗੱਲ ਕਰ ਰਹੇ ਕਿ ਆਪਾਂ ਆਪਣੇ ਗਿਆਨ ਦੇ ਨਾਲ, ਆਪਣੇ ਹੰਕਾਰ ਦੇ ਨਾਲ ਇੰਨੇ ਕੁ ਆਪਣੇ ਆਪ ਦੇ ਵਿੱਚ ਸੁਚੇਤ ਹੋ ਗਏ ਕਿ ਗੁਰੂ ਦੀ ਗੱਲ ਸਾਨੂੰ ਚੰਗੀ ਨਹੀਂ ਲੱਗਦੀ, ਆਪਾਂ ਵਿੱਚ ਆਪਣਾ ਤਰਕ ਸ਼ੁਰੂ ਕਰ ਲੈਂਦੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ, ਛੁੱਟੇ ਤਿਲ ਬੁਆੜ ਜੋ ਸੁਈਏ ਅੰਦਰ ਖੇਤ। ਉਹ ਖੇਤ ਦੇ ਅੰਦਰ ਸਵਾਹ ਦੇ ਭਰੇ ਤਿਲ ਦੇ ਦਾਣੇ ਦੇ ਵਾਂਗ ਹੋ ਜਾਂਦੇ ਨੇ, ਜਿਹੜੇ ਆਪਣੇ ਆਪ ਦੇ ਗਿਆਨ ਦਾ ਹੀ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਆ ਕਿ ਮੈਂ ਬੜਾ ਸਿਆਣਾ ਹਾਂ। ਭਗਤ ਕਬੀਰ ਸਾਹਿਬ ਜੀ ਤਾਂ ਕਹਿੰਦੇ ਭਾਈ ਮਨ ਸਮਝਾਵਣ ਕਾਰਨ ਕਛੁਕ ਪੜੀਐ ਗਿਆਨ। ਕਹਿੰਦੇ ਭਾਈ ਗਿਆਨ ਜ਼ਰੂਰੀ ਆ, ਪਰ ਗਿਆਨ ਇੰਨਾ ਕੁ ਜ਼ਰੂਰੀ ਆ ਕਿ ਸਾਡੀ ਸ਼ਰਧਾ ਨਾ ਕਿਤੇ ਟੁੱਟ ਜਾਵੇ, ਕਿਤੇ ਸਾਨੂੰ ਇਹ ਨਾ ਹੋ ਜਾਵੇ ਕਿ ਅਸੀਂ ਗਿਆਨ ਪੜ੍ਹਦੇ ਆਂ ਆਪਣੇ ਗੁਰੂ ਦੇ ਉੱਪਰ ਹੀ ਸ਼ੱਕ ਕਰਨਾ ਸ਼ੁਰੂ ਕਰ ਦਈਏ, ਆਪਣੇ ਗੁਰੂ ਨੂੰ ਹੀ ਆਪਾਂ ਗਲਤ ਮੰਨਣਾ ਸ਼ੁਰੂ ਕਰ ਦਈਏ ਕਿ ਭਾਈ ਆਹ ਗੱਲ ਬਾਣੀ ਦੇ ਵਿੱਚ ਉਹ 550 ਸਾਲ ਪਹਿਲਾਂ ਦੀ ਲਿਖੀ, ਅੱਜ ਦੇ ਸਮੇਂ ਵਿੱਚ ਇਹ ਹੋ ਨਹੀਂ ਸਕਦੀ। ਅੱਜ ਜਿਹੜਾ ਸਾਡਾ ਪ੍ਰਚਾਰਕ ਤਬਕਾ ਜੀ, ਜਿਹੜੇ ਸਾਡੇ ਗਿਆਨੀ ਆ, ਉਹ ਇਸੇ ਵਿਚਾਰ ਦੇ ਹੋ ਗਏ ਨੇ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ। ਇੱਥੇ ਤੇ ਜਿੰਨਾ ਗਿਆਨ ਪੜ੍ਹਨਾ ਸੀ ਓਨੀ ਜ਼ਿਆਦਾ ਸ਼ਰਧਾ ਜੁੜਨੀ ਚਾਹੀਦੀ ਸੀ।
कि मेरा गुरु आ भी कर सकता है, मेरा गुरु सर्व कला समर्थ है। एक विचार करिए इतिहास दे विचों, कलगीधर पातशाह दा तीर 13 मील दूर जाता सी। हुण अज दे प्रचारक, अज दे विचारवान इह गल नूं नहीं मनदे। कारण की? कारण यह है कि असी सोचते हैं कि जिहड़ा साडा शरीर है ना 80-85 किलो का या 70 किलो का, इस शरीर दे विच जिन्नी क ताकत है असी उस ताकत दे नाल गुरु दे शरीर की ताकत नूं तोलदे नापदे हां। असी नाप लाउने आ कि भाई जे शरीर इस तरह का होवेगा तो उहदे विच इन्नी क ताकत होवेगी। 9 टंकी कमान, 9 टंकी कमान कलगीधर पातशाह जी दी। एक टंक दे विच जी लगभग 40-50 किलो हुंदा जे वजन, ते 9 टंकी कमान लगभग 350 किलो वजन हो गया उस कमान का। उस कमान नूं कलगीधर पातशाह एक हाथ नाल चुक के ते ओदे विच तीर चिल्ले ते चढ़ा के ते ओ तीर जदों छड्डदे सन ते तीर 13 मील तक दूर जांदा सी। इतिहास दे विच प्रतੱਖ तौर ते साखी दर्ज है कि जिस समय जी पहाड़ी राजे आनंदगढ़ दे किले नूं घेरा पाया ते वो बड़ी दूर ने अजे, ते कलगीधर पातशाह दा एक तीर आके पहाड़ी राजे जय सिंह दे जेड़ा मंजे दे पावे दे विच आ करके वज्जिया है। मंजे दे पावे विच आके तीर वज्जिया। इहने अपने नाल बैठे सिपाही नूं पुछया कि भाई आ तीर किहदा आ? उहने तीर कढ के वेखिया ते तीर नूं अगे 1 तोला सोने दा लगा। उहने पछाण लिया, कहंदा ये कलगीधर पातशाह दा तीर आ। सोना इस करके लगा कि जे कोई फट्टड़ हो जावे ते उहदा इलाज कीता जा सके, ते जे कोई चढ़ाई कर जावे ते उहदे कफन वास्ते, अंतिम क्रिया वास्ते माया इस सोने विचों लई जा सके। ये कलगीधर पातशाह दा तीर है। निश्चित करके, निश्चा करके ओने चिर नूं जी एक होर तीर आके वज्जा ते उस तीर नूं चीरदियां होया वो मंजे दे पावे दे विच वड़ गया। हुण वो मनदा नहीं, कहंदा कलगीधर पातशाह दे इथों 13-14 मील की दूरी ते आनंदगढ़ दा किला, ते 2 गल्लां ने, जां ते वो पुरख करामाती आ कलगीधर पातशाह, जां ते करामाती ने, ते जां ये विचार है कि वो किते इत्थे लागे बन्ने ही ने, दूर नहीं हन। ते जदों दूजा तीर आके वज्जा ते उहदे नाल एक चिट्ठी बन्नी आ। जदों चिट्ठी खोल के पढ़ी, कलगीधर पातशाह ने लिखिया, कहंदे भाई तू सोचदा होवेगा कि ये जां ते मेरा अंदाजे दे नाल तीर लग गया, ते जां तू सोचदा होवेगा कि साडी कोई करामात है। कहंदे जे ते मेरा ये अंदाजे दे नाल तीर लग गया हुंदा ते इहो तीर मैं तेरी गिच्ची दे विच धौण दे विच भी मार सकदा सां। कहंदे दूजी गल, असी कोई करामात नहीं दिखाई, ये साडा तीर अंदाजी दा अभ्यास है, ते मेरा कल्ला कल्ला सिख 13-13 मील तक तीर मार सकदा, इन्ने समर्थ सिख ने मेरे, साडा अभ्यास है ये, ते असी तेरे नाल जंग करन वास्ते आवांगे ते जंग जरूर होवेगी साडी, पर विचार यह है कि तू सानू इस तरह ना समझ के कोई असी किसी तरह की जंग दे विच करामात का सहारा लवांगे। असी केवल बंदगी करन वाले हाँ, अकाल पुरख नू जपण वाले, अकाल अकाल जपण वाले, असी किसी करामात का सहारा नहीं लैंदे, धोखा नहीं करते। हुण गुरु दे उपर भरोसा रखिए, जेड़ा ते नहीं रखदा वो पातशाह जी कहंदे तू अपने मन दे अंदर सियाणा बनदा है, तू अपने मन दे विच विचार तर्क शुरू कर लेना। मन अपने सुचेत, छुट्टे तिल बुआड़ जो सुइया अंदर खेत, मन दे विच कपट धार के उत्तों उत्तों गल्लां सुनाई जाइए कि भाई रब इदां प्राप्त हुंदा, रब दा इदां दा स्वरूप आ, रब इदां दा दिखदा आ, उत्तों उत्तों गल्लां सुनाई जाइए। अंदर गल ये भी आप प्राप्ति ना कीती होवे। ते बाणी दे विच बचन आउंदा, पातशाह जी कहंदे अवरह को उपदेश ते मुख में पर है रेत, रास बिरानी राकै खाया घर का खेत। कहंदे भाई अपना आप खत्म कर रहे तू इदां,
ਜੇ ਤੂੰ ਆਪਣੇ ਆਪ ਨੂੰ ਸੁਚੇਤ ਸਮਝ ਕੇ ਆਪਣੀ ਸਿਆਣਪ ਨੂੰ ਅੱਗੇ ਰੱਖ ਕੇ ਤੇ ਗੁਰੂ ਦੇ ਨਾਮ ਨੂੰ ਪਿੱਛੇ ਰੱਖ ਕੇ ਚੱਲਦਾ, ਛੁੱਟੇ ਤਿਲ ਬੁਆੜ ਜੋ ਸੁੰਝੇ ਅੰਦਰ ਖੇਤ, ਉਹਨਾਂ ਦਾ ਸਰੂਪ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਬਹੁਤ ਸਿਆਣਪ ਆਪਣੇ ਆਪ ਨੂੰ ਵਿਖਾਉਂਦਾ ਨਾ, ਤੇ ਫਿਰ ਕਹਿੰਦੇ ਉਹ ਸਿਆਣਾ ਬੰਦਾ ਜਿਹੜਾ ਉਹ ਸੰਸਾਰ ਦੇ ਵਿੱਚ ਇਕੱਲਾ ਹੀ ਫਿਰ ਤੁਰਿਆ ਫਿਰਦਾ, ਉਹਨੂੰ ਕੋਈ ਬੁਲਾਉਣ ਵਾਲਾ ਨਹੀਂ ਹੁੰਦਾ। ਉਹ ਸੁੰਝੇ ਅੰਦਰ ਖੇਤ, ਸੁੰਝੇ ਖੇਤ ਦੇ ਵਿੱਚ ਇਕੱਲਾ ਤਿਲ ਤੁਰਿਆ ਫਿਰਦਾ ਹੈ, ਜਿਸ ਦੇ ਵਿੱਚ ਤਿਲ ਕੋਈ ਨਹੀਂ, ਦਾਣਾ ਕੋਈ ਨਹੀਂ, ਅੰਦਰ ਭਸਮ ਭਰੀ ਹੈ। ਗੁਰਦੇਵ ਜੀ ਕਹਿੰਦੇ ਐਸਾ ਸਰੂਪ ਬਣ ਜਾਂਦਾ ਉਹਨਾਂ ਦਾ। ਸੋ ਇਹ ਆਸਾ ਕੀ ਵਾਰ ਦਾ ਤੀਜਾ ਸ਼ਲੋਕ ਪਹਿਲੀ ਪੌੜੀ ਦੇ ਨਾਲ ਜੋ ਦਰਜ ਹੈ ਉਸ ਦੀ ਵਿਚਾਰ ਦੇ ਨਾਲ ਆਪਾਂ ਜੁੜੇ ਹਾਂ। ਪਾਤਸ਼ਾਹ ਜੀ ਕਿਰਪਾ ਕਰਨ, ਅੱਗੇ ਬਾਣੀ ਦੀ ਵਿਚਾਰ ਸੁੱਧ ਸਪਸ਼ਟ ਗੁਰਮਤਿ ਦੇ ਅਨੁਸਾਰ ਕਰਵਾ ਲੈਣ। ਕੱਲ ਦੇ ਦਿਨ ਆਪਾਂ ਪੌੜੀ ਦੀ ਵਿਚਾਰ ਦੇ ਨਾਲ ਜੁੜਾਂਗੇ, ਜਿੱਥੋਂ ਆਰੰਭਤਾ ਹੁੰਦੀ ਹੈ ਜੀ, ਤੇ ਪੌੜੀ ਪੌੜੀ ਚੜ੍ਹਦੇ ਜਾਈਏ ਤੇ 24 ਪੌੜੀਆਂ ਦੇ ਨਾਲ ਅਸੀਂ ਉੱਥੇ ਪੁੱਜ ਜਾਣਾ ਜਿੱਥੇ ਪਾਤਸ਼ਾਹ ਜੀ ਕਹਿੰਦੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਚਾਹੇ। ਕੀ ਕਹਿ ਸਕਦੇ ਉਸ ਵੱਡੇ ਦੀਆਂ ਵਡਿਆਈਆਂ? ਸੋ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਰਹੀਏ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਬਖਸ਼ਣੀ। ਸਰਬ ਕਲਾ ਸਮਰੱਥ ਪਾਤਸ਼ਾਹ ਜੀ ਕਿਰਪਾ ਕਰਨ, ਅਗਾਂਹ ਤੋਂ ਸਮਤ ਬਖਸ਼ਣ। ਆਓ ਫਤਿਹ ਨਾਲ ਸਾਂਝ ਪਾਈਏ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।